ਅਨਪੜ੍ਹ ਵਿਅਕਤੀ ਹੈ ਉਹ ਮੁੱਖ ਮੰਤਰੀ ਬਣ ਸਕਦਾ, ਪ੍ਰਧਾਨ ਮੰਤਰੀ ਬਣ ਸਕਦਾ, ਸਭ ਕੁਝ ਹੋ ਸਕਦਾ। ਅਨਪੜ੍ਹ ਵਿਅਕਤੀ ਜਿਹੜਾ ਆ ਉਹ ਚਪੜਾਸੀ ਨਹੀਂ ਬਣ ਸਕਦਾ। ਉਹਦੀ ਘੱਟੋ ਘੱਟ ਯੋਗਤਾ 10ਵੀਂ ਚਾਹੀਦੀ ਹੈ। ਬਹੁਤ ਸਾਰਾ ਜਿਹੜਾ ਬੰਦਾ ਇੱਕ ਆਈਏਐਸ ਅਧਿਕਾਰੀ ਬਣਦਾ ਉਹ ਕਿੰਨੀ ਮਿਹਨਤ ਕੀਤੀ ਹੈ, ਕਿੰਨਾ ਪੜ੍ਹਦਾ ਹੈ ਤੇ ਉਹ ਇੱਕ ਆਈਏਐਸ ਬਣਦਾ ਹੈ, ਉਹ ਇੱਕ ਆਪਣੀ ਡਿਊਟੀ ਤੋਂ ਸਵਾਲ ਕਰਦਾ। ਜਿਹੜਾ ਰੋਗ ਹੈ ਉਹ ਉਹਦਾ ਸਹਿਣਾ ਪੈਂਦਾ ਹੈ ਆਪਣੀ ਫੇਰ। ਬਹੁਤ ਪੰਜਾਬ ਦੇ ਬਾਰੇ ਜੇ ਗੱਲ ਕਰਨ ਲੱਗ ਜੀ ਨਾ, ਜੇ ਕਿਸੇ ਫੋਰਨ ਨੂੰ ਦੱਸਣਾ ਹੋਵੇ ਉਹਨਾਂ ਆਣੋ ਕਿ ਮੈਂ ਸਕਦਾ ਬਣ ਜਾਂਦੇ ਸੀ। ਇਹ ਤਸਵੀਰ ਸਾਡਾ ਸਿੱਖਿਆ ਮੰਤਰੀ ਪੰਜ ਫੇਲ ਹੋ ਸਕਦਾ ਹੈ। ਅੱਜ ਇਹ ਜਿਹੜੇ 80 ਸਾਲ ਦੇ ਨੇ, 90 ਸਾਲ ਦੇ ਹੋ ਗਏ ਨੇ, ਅਜੇ ਤੱਕ ਇਹ ਕੁਰਸੀ ਨਹੀਂ ਛੱਡਦੇ। ਕਹਿ ਦੇਣਗੇ ਕਿ ਹੁਣ ਮੈਂ ਨਾਮ ਨਹੀਂ ਲਵਾਂਗਾ, ਕਈ ਲੀਡਰ ਨੇ ਇਹੋ ਜਿਹੇ ਕਹਿਣਗੇ ਕਿ ਕਿਤੇ ਵੀ ਪੰਥ ਤੇ ਕੁਰਬਾਨੀ ਦੇਣ ਦੀ ਲੋੜ ਪਈ ਤੇ ਯਾਦ ਕਰ ਲਿਓ, ਪੰਥ ਲਈ ਕੁਰਬਾਨੀ ਦੇ ਦਿਆਂਗੇ। ਮਤਲਬ ਕਿਹੜੀ ਕੁਰਬਾਨੀ ਦੇ ਦਿਆਂਗੇ? ਕਦੋਂ ਦੇ ਦੋਗੇ ਬਾਬਾ ਜੀ? ਤੁਹਾਡੀ 60 ਸਾਲ ਤੇ ਉਮਰ ਹੋ ਗਈ। ਉਹ ਬੰਦਾ ਜਿਹੜਾ ਆ ਉਹ ਆਪਣੀ ਸੇਫ ਗੇਮ ਖੇਡਣਾ ਚਾਹੁੰਦਾ ਹੈ ਕਿ ਮੈਂ 2 ਜਗ੍ਹਾ ਤੋਂ ਲੜਾਂ, ਜੇ ਇੱਕ ਜਗ੍ਹਾ ਤੋਂ ਹਾਰ ਵੀ ਜਾਵਾਂ ਮੈਂ ਜੇਤੂ ਰਵਾਂ। ਪਰ ਸਾਡੇ ਜਿਹੜੀ ਬੀਜੇਪੀ ਪਾਰਟੀ ਨੇ ਆਪਣੇ ਏਜੰਡੇ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਰਾਮ ਮੰਦਿਰ ਬਣਾਵਾਂਗੇ, ਜਦੋਂ ਕਿ ਕੋਈ ਵੀ ਗਵਰਨਮੈਂਟ ਦਾ ਕੰਮ ਨਹੀਂ ਹੈ ਧਾਰਮਿਕ ਸਥਾਨ ਬਣਾਉਣਾ। ਕਿ ਜੇ ਆਜ਼ਾਦ ਹੋ ਕੇ ਜੇ ਅਸੀਂ ਕੁਝ ਨਵਾਂ ਹੀ ਨਹੀਂ ਕੀਤਾ, ਜੇ ਉਹੋ ਹੀ ਸਿਸਟਮ ਅਸੀਂ ਲੈ ਕੇ ਆ ਰਹੇ ਹਾਂ ਪਿੱਛੇ ਵਾਲਾ ਕਿ ਜੋ ਉੱਪਰ ਬੈਠੇ ਬੰਦੇ ਹੁਕਮ ਦੇਣਗੇ ਉਹੋ ਹੀ ਥੱਲੇ ਵਾਲਿਆਂ ਨੇ ਮੰਨਣਾ। ਤੁਹਾਨੂੰ ਪੜ੍ਹਨ ਲਿਖਣ ਦਾ ਮੌਕਾ ਮਿਲ ਗਿਆ, ਤੁਹਾਨੂੰ ਇੰਨੀ ਅਕਲ ਆ ਗਈ, ਬਹੁਤੀ ਤਾਂ ਨਹੀਂ ਆਈ, ਇੰਨੀ ਅਕਲ ਆ ਗਈ ਕਿ 500 ਰੁਪਏ ਦੀ ਵੋਟ ਵਿਕਰੀ ਮਾੜਾ ਹੋ ਗਿਆ। ਤੁਸੀਂ ਉਹਨੂੰ ਮੰਗ ਰੱਖੋਗੇ ਵੀ ਸਰਕਾਰੀ ਬੱਸਾਂ ਦੀ ਹਾਲਤ ਸੁਧਾਰੋ। ਐਸਾ ਕਿਹੜਾ ਬਿਜ਼ਨਸਮੈਨ ਹੈ ਕਿ ਉਹ ਸਰਕਾਰੀ ਬੱਸਾਂ ਦੀ ਹਾਲਤ ਵੀ ਖੁਦ ਸੁਧਾਰੇ ਤੇ ਆਪਣੇ ਪ੍ਰਾਈਵੇਟ ਟਰਾਂਸਪੋਰਟ ਨੂੰ ਘਾਟਾ ਪਾ ਲੇ? ਸਰਕਾਰੀ ਸਕੂਲਾਂ ਦੀ ਹਾਲਤ ਵੀ ਖੁਦ ਸੁਧਾਰੇ ਤੇ ਆਪਣੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਚੇਨ ਚੱਲਦੀ ਆਉਂਦੀ ਆ, ਚੇਨ ਚੱਲਦੀਆਂ ਨੇ ਕਿ ਇਹ ਸਕੂਲ ਦੀ ਚੇਨ ਚੱਲਦੀ ਪਈ ਆ ਜੀ, ਤੇ ਉਹ ਹਸਪਤਾਲਾਂ ਦੀ ਚੇਨ ਚੱਲਦੀ ਪਈ ਆ, ਉਹ ਹਸਪਤਾਲਾਂ ਦੇ ਕਿਉਂ ਸੁਧਾਰ ਕਰ ਲਏ? ਜਿਹੜੇ ਤੁਸੀਂ ਦੁਬਈ ਦੀ ਗੱਲ ਵੇਖੋ, ਦੁਬਈ ਕੀ ਹੈ? ਉੱਥੇ ਰੇਤ ਹੈ, ਤੁਹਾਡੇ ਲੇਬਰ ਜਾਂਦੀ ਹੈ ਇੱਥੋਂ, ਤੁਹਾਡਾ ਹੀ ਖਾਣਾ ਪਾਣੀ ਜਾਂਦਾ, ਤੁਹਾਨੂੰ ਉੱਥੇ ਵਰਤਿਆ ਜਾਂਦਾ, ਤੁਹਾਡਾ ਇੱਥੋਂ ਖਾਣਾ ਪਾਣੀ ਲੈ ਕੇ ਪ੍ਰੋਫਿਟ ਲੈ ਕੇ ਤੁਹਾਨੂੰ ਵੇਚਿਆ ਜਾਂਦਾ ਕਿ ਤੁਸੀਂ ਰੋਟੀ ਪਾਣੀ ਜਿਹੜਾ ਤੁਹਾਡੇ ਦੇਸ਼ 'ਚੋਂ ਗਿਆ ਉਹ ਪ੍ਰੋਫਿਟ ਲੈ ਕੇ ਤੁਹਾਨੂੰ ਵੇਚ ਕੇ ਤੇ ਉਹ ਕੰਮ ਉਹ ਆਪਣਾ ਕਰਵਾ ਰਹੇ ਨੇ। ਕੱਲ ਬਿਆਨ ਆਇਆ ਇੱਕ ਸੁਖਬੀਰ ਸਿੰਘ ਜਿਹੜੇ ਜੈਪੁਰੀਆ ਨੇ, ਸੁਖਬੀਰ ਸਿੰਘ ਜੈਪੁਰੀਆ, ਸੌਰੀ ਉਹਨਾਂ ਦਾ ਨਾਮ ਹੈ, ਭਾਜਪਾਈ ਉਹ ਲੀਡਰ ਨੇ। ਉਹਨਾਂ ਨੇ ਕਿਹਾ ਕਿ ਚਿੱਕੜ ਦੇ ਵਿੱਚ ਬੈਠ ਕੇ ਸ਼ੰਖ ਵਜਾਉਣ ਦੇ ਨਾਲ ਕਰੋਨਾ ਭੱਜ। ਉਹਨਾਂ ਦੀਆਂ ਟੀ-ਸ਼ਰਟਾਂ ਪਾ ਲੈਂਦੇ ਹਾਂ ਅਸੀਂ, ਭਗਤ ਸਿੰਘ ਦੀਆਂ, ਚੀ ਗੁਵੇਰਾ ਦੀਆਂ, ਅਸੀਂ ਬੌਬ ਮਾਰਲੇ ਦੀਆਂ ਟੀ-ਸ਼ਰਟਾਂ ਪਾ ਲੈਂਦੇ ਹਾਂ, ਸਾਨੂੰ ਪਤਾ ਹੀ ਨਹੀਂ ਕਿ ਉਹ ਬੰਦਾ ਹੈ ਕੌਣ ਹੈ, ਉਹਨਾਂ ਨੇ ਕੀਤਾ ਕੀ ਆ। ਬੰਦਾ ਆ, ਉਹਦੇ ਤੇ ਕੋਈ ਭਾਵੇਂ ਪਰਚਾ ਹੋਇਆ ਹੋਵੇ, ਉਹ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਜਿਹੜਾ ਲੀਡਰ ਆ ਉਹ ਤੁਸੀਂ ਭਾਵੇਂ ਜੇਲ੍ਹ 'ਚ ਬੈਠੇ ਹੋ, ਜੇਲ੍ਹ 'ਚੋਂ ਬੈਠਿਆਂ ਨੇ ਚੋਣਾਂ ਲੜਦੇ ਨੇ ਤੇ ਜਿੱਤ ਜਾਂਦੇ ਨੇ। ਸੂਝਵਾਨ ਵਿਅਕਤੀ ਆ ਉਹ ਇਹੋ ਹੀ ਕਹਿੰਦਾ ਕਿ ਵੰਡ ਪੰਜਾਬ ਦੀ ਹੋਈ ਹੈ ਤੇ ਹਿੰਦੁਸਤਾਨ ਦੀ ਵੰਡ ਨਹੀਂ ਹੋਈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ ਬਰਾੜ ਜ਼ਿੰਦਾਬਾਦ ਚੈਨਲ ਤੇ ਤੁਹਾਡਾ ਸਵਾਗਤ ਹੈ। ਜ਼ਿੰਦਾਬਾਦ ਚੈਨਲ ਤੇ ਅਸੀਂ ਤੁਹਾਨੂੰ ਅਲੱਗ-ਅਲੱਗ ਲੋਕਾਂ ਦੇ ਇੰਟਰਵਿਊਜ਼ ਦਿਖਾਉਂਦੇ ਰਹੇ ਹਾਂ, ਪਰ ਅੱਜ ਅਸੀਂ ਇੱਕ ਨਵੇਂ ਸ਼ੋਅ ਦੇ ਨਾਲ ਆਏ ਹਾਂ ਜਿਸ ਦਾ ਪਹਿਲਾ ਐਪੀਸੋਡ ਤੁਹਾਡੇ ਸਾਹਮਣੇ ਰੂਬਰੂ ਹੈ। ਮੇਰੇ ਨਾਲ ਇਸ ਐਪੀਸੋਡ ਦੇ ਵਿੱਚ ਐਪੀਸੋਡ ਦਾ ਨਾਮ ਦੱਸਦੇ ਹਾਂ। ਸ਼ੋਅ ਦਾ ਨਾਮ ਹੈ ਜੀ ਦੂਸਰਾ ਪੱਖ। ਇਸ ਸ਼ੋਅ ਦੇ ਵਿੱਚ ਮੇਰੇ ਨਾਲ ਡਿਸਕਸ਼ਨ ਕਰਨ ਦੇ ਲਈ ਹੋਇਆ ਕਿ ਗੁਸਤਾਖ ਸਿੰਘ ਜੀ, ਜੋ ਬੜੇ ਕਮਾਲ ਦੇ ਸ਼ੁਕਰੀਆ, ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਚੰਦ ਮਸਲਿਆਂ ਦੇ ਕੁਝ ਗੱਲਾਂ ਦੱਸਦੇ ਰਿਹਾ ਕਰੀਏ, ਚੰਦ ਮਸਲਿਆਂ ਤੇ ਚਰਚਾ ਕਰਿਆ ਕਰੀਏ, ਜਾਂ ਹੋਰ ਵੀ ਜੋ ਵੀ ਕੰਮ ਦੀਆਂ ਗੱਲਾਂ ਨੇ ਸਾਡੇ ਸ਼ੋਅ ਦੇ ਤੋਂ ਤੁਹਾਨੂੰ ਕੁਝ ਜਾਣਕਾਰੀ ਮਿਲੇ, ਸਾਡੇ ਸ਼ੋਅ ਦੇ ਤੋਂ ਤੁਹਾਨੂੰ ਕੁਝ ਨਵਾਂ ਪੱਖ ਮਿਲੇ, ਸਾਡੀ ਕੋਸ਼ਿਸ਼ ਹੈ ਕਰੇਗੀ। ਅੱਜ ਆਜ਼ਾਦੀ ਦਾ ਦਿਵਸ ਹੈ, 15 ਅਗਸਤ ਹੈ, ਬਹੁਤ ਇੰਪੋਰਟੈਂਟ ਹੈ ਕਈ ਲੋਕਾਂ ਵਾਸਤੇ, ਚੰਗਿਆਈ ਵਾਸਤੇ ਬਹੁਤ ਇੰਪੋਰਟੈਂਟ ਹੈ। ਕਈ ਲੋਕ ਇਸ ਨੂੰ ਦੁਖਾਂਤ ਮੰਨਦੇ ਨੇ, ਪਰ ਹੈ ਖਾਸ ਤਾਰੀਖ ਲਈ। ਪੰਜਾਬ ਦੇ ਵਿੱਚ ਬੈਠੇ ਪੰਜਾਬ ਦੇ ਬਹੁਤ ਗਿਣਤੀ ਲੋਕ ਇਸ ਨੂੰ ਦੁਖਾਂਤ ਮੰਨਦੇ ਨੇ। ਆਜ਼ਾਦੀ ਸਾਡੇ ਦੇਸ਼ ਦੇ ਵਿੱਚ ਕਿੰਨੇ ਕੁ ਮਾਇਨੇ ਰੱਖਦੀ ਹੈ? ਆਜ਼ਾਦੀ ਉਹ ਮਿਲੀ ਹੈ ਕਿ ਨਹੀਂ ਜਿਹੜੀ ਸਾਨੂੰ ਚਾਹੀਦੀ ਸੀ? ਆਜ਼ਾਦੀ ਅਸੀਂ ਉਹ ਆਜ਼ਾਦੀ ਮਾਣ ਰਹੇ ਹਾਂ ਕਿ ਨਹੀਂ ਜਿਹੜੇ ਉਹ ਸੂਰਮਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਹੈ? ਇਸ ਗੱਲ ਬਾਰੇ ਅਸੀਂ ਡਿਸਕਸ ਕਰਾਂਗੇ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਾਡਾ ਪਹਿਲਾ ਸ਼ੋਅ ਹੈ ਚਾਨਣਾ ਪਵਾ ਦਿਆਂ ਕਿ ਗੁਸਤਾਖ ਸਿੰਘ ਜੀ ਬੜੇ ਕਮਾਲ ਦੇ ਰਾਈਟਰ ਨੇ ਔਰ ਬੜੇ ਕਮਾਲ ਦੀ ਪਕੜ ਰੱਖਦੇ ਨੇ ਜੋ ਵੀ ਸਮਾਜਿਕ ਵਿਸ਼ੇ ਨੇ, ਔਰ ਸਾਡੀ ਹਮੇਸ਼ਾ ਕੋਸ਼ਿਸ਼ ਕਰੇਗੀ ਕਿ ਇਸ ਚੰਗੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਗੁਸਤਾਖ ਜੀ, ਆਜ਼ਾਦ ਹੋਇਆ ਭਾਰਤ, ਅੱਜ ਦੇ 15 ਅਗਸਤ ਬੜਾ ਖਾਸ ਦਿਨ ਹੈ ਜੀ। ਬਹੁਤ ਸਾਰੇ ਲੋਕਾਂ ਨੇ ਇਹ ਖਾਸ ਕਰਕੇ ਜਿੱਥੇ ਆਪਾਂ ਬੈਠੇ ਹਾਂ, ਜਿਸ ਧਰਤੀ ਤੇ ਬੈਠੇ ਹਾਂ, ਜਿਸ ਧਰਤੀ ਤੇ ਅਸੀਂ ਜੰਮੇ ਪਲੇ ਹਾਂ, ਪੰਜਾਬ ਦੇ ਲੋਕ
ਇਸ ਨੂੰ ਉਸ ਤਰੀਕੇ ਨਾਲ ਨਹੀਂ ਲੈਂਦੇ, ਕਹਿੰਦੇ ਵੀ ਸਾਡੇ ਨਾਲ ਦੁਖਾਂਤ ਹੋਇਆ ਸੀ, ਅਸੀਂ ਇਸਨੂੰ ਕਿਉਂ ਮਨਾਈਏ, ਅਸੀਂ ਸਾਡੇ ਨਾਲ ਜਿਹੜਾ ਉਜਾੜਾ ਹੋਇਆ ਉਸ ਨੂੰ ਸੈਲੀਬ੍ਰੇਟ ਕਿਉਂ ਕਰੀਏ। ਜੀ ਜੀ 47 ਦੀ ਗੱਲ ਕਰਦੇ ਆ ਜੀ ਜੀ। ਕੀ ਕਹਿੰਦਾ ਗੁਸਤਾਖ ਸਾਹਿਬ ਵਾਸਤੇ ਆਜ਼ਾਦੀ ਦੇ ਕੀ ਮਾਇਨੇ ਆ ਅੱਜ ਦੇ ਦੌਰ 'ਚ? ਦੇਖੋ ਜੀ, ਅੱਜ ਦੇ ਦੌਰ 'ਚ ਜਿਹੜੀ ਆਜ਼ਾਦੀ ਆ ਉਹ ਅਸੀਂ ਇੱਕ ਵੱਖਰੀ ਤਰ੍ਹਾਂ ਦੀ ਆਜ਼ਾਦੀ ਮਾਣ ਰਹੇ ਹਾਂ। ਜਿਵੇਂ ਜਿਹੜੇ ਪਹਿਲਾਂ ਜਿਹੜੇ ਆਜ਼ਾਦੀ ਘੁਲਾਟੀਏ ਸਨ, ਸਾਡੇ ਭਗਤ ਸਿੰਘ ਨੂੰ ਆਪਾਂ ਆਈਡਲਾਈਜ਼ ਕਰਦੇ ਹਾਂ, ਅਸੀਂ ਜਵਾਹਰ ਲਾਲ ਨਹਿਰੂ ਸਾਹਿਬ ਦੀ ਗੱਲ ਕਰਦੇ ਹਾਂ, ਜਿਨਾਹ ਸਾਹਿਬ ਦੀ ਗੱਲ ਕਰਦੇ ਹਾਂ। ਉਸ ਵੇਲੇ ਦੇ ਜਿਹੜੇ ਲੀਡਰ ਸੀਗੇ, ਕਰੰਟ ਲੀਡਰ, ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ 'ਚ ਕਾਫੀ ਵੱਡਾ ਯੋਗਦਾਨ ਪਾਇਆ। ਮਸਲਾ ਇਹ ਰਿਹਾ ਹੈ ਕਿ ਉਹਨਾਂ ਦੇ ਵਿਜ਼ਨ ਵੱਖੋ ਵੱਖ ਰਹੇ ਨੇ। ਜਿਹੜਾ ਆਪਣਾ ਭਗਤ ਸਿੰਘ ਦਾ ਵਿਜ਼ਨ ਸੀ, ਉਹ ਜਿਵੇਂ ਸਭ ਜਾਣਦੇ ਨੇ ਕਿ ਉਹ ਰਸ਼ੀਅਨ ਕ੍ਰਾਂਤੀ ਤੋਂ ਕਾਫੀ ਪ੍ਰਭਾਵਿਤ ਸਨ, ਆਖਰੀ ਸਮੇਂ ਤੱਕ ਉਹ ਲੈਨਨ ਨੂੰ ਪੜ੍ਹਦੇ ਰਹੇ ਨੇ। ਸੋ ਉਹਨਾਂ ਦਾ ਜਿਹੜਾ ਵਿਜ਼ਨ ਸੀ, ਆਜ਼ਾਦੀ ਜਿਸ ਤਰ੍ਹਾਂ ਦੀ ਉਹ ਚਾਹੁੰਦੇ ਸਨ, ਉਹ ਕਿਸੇ ਹੋਰ ਤਰ੍ਹਾਂ ਦੀ ਆਜ਼ਾਦੀ ਦੀ ਭਾਲ ਸਨ। ਤੇ ਜਿਹੜੀ ਆਜ਼ਾਦੀ ਜਿਨਾਹ ਸਾਹਿਬ ਨੇ ਜਿਹੜੀ ਪ੍ਰਾਪਤ ਕੀਤੀ ਹੈ ਇੱਕ ਪਾਕਿਸਤਾਨ ਦੇ ਰੂਪ ਦੇ ਵਿੱਚ, ਤੇ ਉਸ ਤੋਂ ਇਹ ਵੀ ਜ਼ਾਹਰ ਹੁੰਦਾ ਕਿ ਉਹਨਾਂ ਦਾ ਵਿਜ਼ਨ ਕਿਵੇਂ ਦਾ ਸੀ ਆਜ਼ਾਦੀ ਦੇ ਪ੍ਰਤੀ, ਕਿ ਉਹ ਇੱਕ ਅੰਗਰੇਜ਼ਾਂ ਤੋਂ ਆਜ਼ਾਦੀ ਤੇ ਚਾਹੁੰਦੇ ਸਨ, ਪਰ ਆਪਣੀ ਕੌਮੀ ਆਜ਼ਾਦੀ ਦਾ ਵੀ ਨਾਲ ਲੈ ਕੇ ਚੱਲ ਰਹੇ ਸਨ ਕਿ ਉਹਨਾਂ ਨੂੰ ਪਾਕਿਸਤਾਨ, ਸਾਨੂੰ ਇੱਕ ਵੱਖਰਾ ਮੁਲਕ ਚਾਹੀਦਾ ਸਾਡੇ ਮੁਸਲਮਾਨ ਭਰਾਵਾਂ ਲਈ। ਉਹਨਾਂ ਦਾ ਇੱਕ ਵੱਖਰਾ ਇੱਕ ਵਿਜ਼ਨ ਸੀ। ਤੇ ਜਵਾਹਰ ਲਾਲ ਨਹਿਰੂ ਸਾਹਿਬ ਦਾ ਜਿਹੜਾ ਵਿਜ਼ਨ ਸੀ, ਉਹ ਵੀ ਜਿਹੋ ਜਿਹਾ ਸੰਵਿਧਾਨ ਸਾਡਾ ਬਣਿਆ ਆ, ਉਹ ਵੀ ਆਪਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਭਾਰਤ ਅਸੀਂ ਜੀ ਰਹੇ ਹਾਂ। ਸੋ ਇਹਦੇ 'ਚ ਮਾਸਟਰ ਤਾਰਾ ਸਿੰਘ, ਜਿਹੜੀ ਆਪਣੀ ਸਿੱਖਾਂ ਦੀ ਤੁਸੀਂ ਗੱਲ ਕੀਤੀ ਕਿ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਜਿਹੜੇ ਨੁਮਾਇੰਦੇ ਮਾਸਟਰ ਤਾਰਾ ਸਿੰਘ ਹੋਰਾਂ ਨੇ ਉਸ ਵੇਲੇ ਜਿਹੜੀ ਇਹਨਾਂ ਦੀ ਗੱਲ ਬੜੀ ਜਿਹੜੀ ਡਾਮਾਡੋਲ ਜੀ ਰਹੀ। ਨਾ ਤੇ ਇਹਨਾਂ ਨੇ ਕੋਈ ਸਪਸ਼ਟ ਇਹ ਗੱਲ ਉਸ ਵੇਲੇ 47 ਦੇ ਵੇਲੇ ਕਰ ਸਕੇ ਕਿ ਅਸੀਂ ਕੋਈ ਵੱਖਰਾ ਸੂਬਾ ਬਣਾਉਣਾ, ਤੇ ਨਾ ਹੀ ਇਹ ਇਸ ਮੰਗ ਤੋਂ ਪਿੱਛੇ ਵੀ ਹਟ ਸਕੇ। ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਚੀਜ਼ ਚੱਲਦੀ ਵੀ ਰਹੀ। ਇਹ ਕਹਿੰਦੇ ਵੀ ਪੰਜਾਬ ਦਾ ਜਿਹੜਾ ਪੰਜਾਬ ਦੇ ਲੋਕ ਜਿਹੜਾ ਦੁਖਾਂਤ ਮਨਾਉਂਦੇ ਆ, ਜੀ ਜੀ, ਅਸੀਂ ਉਹ ਕਹਿੰਦੇ ਕਿ ਸਾਡੇ ਉਹ ਵੀ ਸਾਡੇ ਆਪ ਦੇ ਲੋਕ ਸੀਗੇ, ਸਾਡੇ ਤਾਂ ਘਰ ਉਜੜੇ ਨੇ। ਜਿਹੜੇ ਸਾਡੇ ਲੋਕ ਪਾਕਿਸਤਾਨ ਦੇ ਵਿੱਚ ਰਹਿ ਕੇ ਉੱਥੇ ਸਾਡੇ ਘਰ ਉਜੜ ਕੇ ਰਹੇ, ਕਈ ਸਾਡੇ ਸਾਥੀ ਜਿਹੜੇ ਮੁਸਲਮਾਨ ਵੀ ਸਾਡੇ ਨਾਲ ਰਹਿੰਦੇ ਸੀ, ਉਹਨਾਂ ਦੇ ਉਹ ਘਰ ਉਜੜ ਕੇ ਉੱਧਰ ਚਲੇ ਗਏ। ਅੱਛਾ, ਤੁਸੀਂ ਉਹਨਾਂ ਦੇ ਦੁਖਾਂਤ ਨੂੰ ਐਸਾ ਸਮਝਦੇ ਹੋ ਕਿ ਇਸੇ ਦੁਖਾਂਤ ਦੇ ਵਿੱਚ ਖਾਲਿਸਤਾਨ ਦੀ ਮੰਗ ਕਰਦੇ ਹੋਣਗੇ, ਵੱਖਰੇ ਸੂਬੇ ਦੀ ਮੰਗ ਕਰਦੇ ਹੋਣਗੇ, ਉਹ ਤਾਂ ਦੁੱਖ ਮਨਾਉਂਦੇ ਨੇ ਵੀ ਸਾਨੂੰ ਇਹ ਆਜ਼ਾਦੀ ਨਹੀਂ, ਸਾਡੀ ਆਜ਼ਾਦੀ ਤਾਂ ਉਦੋਂ ਬਣੂਗੀ ਜਦੋਂ ਸਾਡਾ ਸਿੱਖਾਂ ਦੇ ਰਾਜ ਹੋਊ। ਦੇਖੋ, ਪੰਜਾਬ ਦੇ ਨਾਲ ਜਿਹੜਾ ਦੁਖਾਂਤ ਵਾਪਰਿਆ ਉਹ ਤੇ ਜੱਗ ਜ਼ਾਹਰ ਗੱਲ ਹੈ ਕਿ ਸਭ ਤੋਂ ਵੱਡੀ ਜਿਹੜੀ ਮਾਰ ਆ ਉਹ ਪੰਜਾਬ ਨੇ ਝੱਲੀ ਆ। ਪੰਜਾਬ ਦੇ ਲੋਕ ਜਿਹੜੇ ਨੇ ਉਹ ਦੋ ਫਾੜ ਹੋਏ ਨੇ। ਜਿਹੜੀ ਲਾਈਨ ਵੱਜੀ, ਜਿਹਨੂੰ ਆਮ ਹੀ ਜਿਹੜਾ ਵੀ ਸੂਝਵਾਨ ਵਿਅਕਤੀ ਆ ਉਹ ਇਹੋ ਹੀ ਕਹਿੰਦਾ ਕਿ ਵੰਡ ਪੰਜਾਬ ਦੀ ਹੋਈ ਹੈ, ਇਹ ਹਿੰਦੁਸਤਾਨ ਦੀ ਵੰਡ ਨਹੀਂ ਹੋਈ। ਜਿਹੜੇ ਵੈਸਟ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਾ ਕਿ ਕੀ ਗੱਲਬਾਤ ਹੋ ਗਈ ਹੈ। ਇੱਥੇ ਹਜ਼ਾਰਾਂ ਦੀ, ਲੱਖਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਨੇ, ਬਲਾਤਕਾਰ ਹੋਏ ਨੇ। ਤੇ ਉਹ ਇੱਥੋਂ ਦੇ ਲੋਕਾਂ 'ਤੇ ਜਿਹੜਾ ਪ੍ਰਭਾਵ ਪਿਆ, ਹੁਣ ਜਿਵੇਂ ਗੱਲ ਕਰੀਏ ਕਿ ਜੇ ਖਾਲਿਸਤਾਨ ਦੀ ਮੰਗ ਕਰਦੇ ਆ, ਖਾਲਿਸਤਾਨ ਦੀ ਦੇਖੋ ਇਹ ਇੱਕ ਬੜਾ ਗੁੰਝਲਦਾਰ ਜਿਹਾ ਮਸਲਾ ਆ। ਇਹਦੇ ਸਪਸ਼ਟ ਕੁਝ ਜਿਹੜੇ ਮੰਗ ਕਰਨ ਵਾਲੇ ਨੇ ਉਹਨਾਂ ਦਾ ਇੱਕ ਆਪਣਾ ਕਾਰਨ ਨੇ, ਤੇ ਜਿਹੜੇ ਇਹਦੇ ਵਿਰੋਧ ਕਰਨ ਵਾਲੇ ਨੇ ਉਹਨਾਂ ਦੇ ਆਪਣੇ ਕਾਰਨ ਨੇ। ਹਾਂਜੀ, ਇਹ ਆਪਾਂ ਕਿਸੇ ਦੇ ਦੇਖੋ ਇਹ ਜਿਹੜੀ ਬੜੀ ਲੰਬੀ ਗੱਲਬਾਤ ਹੋ ਜਾਏਗੀ ਕਿ ਇਹਦੇ ਕਾਰਨ ਕੀ ਨੇ, ਮੰਗਣ ਦੇ ਕਾਰਨ ਕੀ ਨੇ ਤੇ ਵਿਰੋਧ ਦੇ ਕਾਰਨ ਕੀ ਨੇ। ਜੇ ਆਪਾਂ ਆਜ਼ਾਦੀ ਦੀ ਗੱਲ ਕਰੀਏ, 47 ਤੋਂ ਬਾਅਦ ਜਿਹੜੀ ਆਜ਼ਾਦੀ ਸਾਨੂੰ ਮਿਲੀ ਹੈ, ਤੇ ਉਹ ਬੜੀ ਇੱਕ ਕਹਿ ਲਈਏ ਕਿ ਅਧੂਰੀ ਜੀ ਆਜ਼ਾਦੀ ਮਿਲੀ ਹੈ। ਪੰਜਾਬ ਦੇ ਲੋਕਾਂ ਦਾ ਜਿਹੜਾ ਉਹ, ਜਿਵੇਂ ਪਹਿਲਾਂ ਗੱਲ ਆਪਾਂ ਕਰਦੇ ਰਹੇ ਹਾਂ ਕਿ ਇਹਦੇ ਮਸਲੇ ਤੇ ਕਿ ਪਾਕਿਸਤਾਨ 'ਚ ਲੋਕਾਂ ਦਾ ਕਾਰੋਬਾਰ ਰਹਿ ਗਿਆ, ਜਿਨ੍ਹਾਂ ਦਾ ਹਿੰਦੁਸਤਾਨ 'ਚ ਕਾਰੋਬਾਰ ਰਹਿ ਗਿਆ। ਜੇ ਕਿਸੇ ਅੱਜ ਤੁਸੀਂ ਦੇਖੋ ਕਿ ਕਿਸੇ ਨੇ ਆਪਣੀ ਦੁਕਾਨ ਖੋਲ੍ਹਣੀ ਹੋਵੇ ਤੇ ਉਹ ਬੰਦੇ ਨੂੰ ਆਪਣਾ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ ਕਿ ਮੈਂ ਫਲਾਣਾ ਜੀ, ਮੈਨੂੰ ਇਸ ਚੀਜ਼ 'ਚ ਮੁਹਾਰਤ ਹੈ, ਮੇਰੀ ਇਹ ਚੀਜ਼ ਮੇਰੀ ਜਾਣਕਾਰੀ ਰੱਖਦਾ। ਤੇ ਉਹ ਉੱਥੇ ਜੇ ਕਿਸੇ ਦਾ ਵਪਾਰ ਵੀ ਸਥਾਪਿਤ ਆ, ਜਿਹੜੀਆਂ ਜ਼ਮੀਨਾਂ ਰਹਿ ਗਈਆਂ ਉਹ ਤੇ ਚਲੋ ਵੱਖਰਾ ਮਸਲਾ, ਉਹ ਤੇ ਕਦੀ ਘਾਟਾ ਪੂਰਿਆ ਜਾ ਹੀ ਨਹੀਂ ਸਕਦਾ। ਜਿਹਦਾ ਉੱਥੇ ਕਿ 100 ਕਿੱਲਾ ਜ਼ਮੀਨ ਸੀ ਜਾਂ 50 ਕਿੱਲੇ ਜ਼ਮੀਨ ਸੀ, ਉਹਨੂੰ ਇੱਥੇ ਆ ਕੇ ਕਿੰਨੀ ਮਿਲੀ ਆ, ਜਾਂ ਉੱਥੇ 10 ਕਿੱਲੇ ਜ਼ਮੀਨ ਸੀ, ਇੱਥੇ ਆ ਕੇ ਤਾਂ ਉਹਨਾਂ ਨੂੰ ਮਿਲੀ ਨਹੀਂ ਬਹੁਤ ਸਾਰੇ। ਕਿਉਂਕਿ ਇਹ ਜ਼ਮੀਨ ਦਾ ਜਿਹੜਾ ਉਹ ਅਲਾਟਮੈਂਟ ਹੋਈ ਆ, ਉਹ ਵੀ ਇੱਕ ਜਾਤ ਪੱਧਰ ਦੇ ਉੱਤੇ, ਜਿਹੜੀ ਕਿ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਜਾਤੀ ਪ੍ਰਥਾ, ਕਿ ਜੇ ਕੋਈ ਰਾਮਗੜੀਆ ਪਰਿਵਾਰ ਹੈ, ਜੇ ਕੋਈ ਮਹਿਰਾ ਪਰਿਵਾਰ ਹੈ, ਜੇ ਕੋਈ ਹੋਰ ਕਿਸੇ ਜਾਤ ਦਾ ਕੋਈ ਨਾਈ ਜਾਤੀ ਨਾਲ ਸੰਬੰਧਿਤ ਰੱਖਦਾ, ਜੇ ਉਹਦੀ ਉੱਥੇ ਕਿਤੇ ਕਿੱਲਾ 2 ਕਿੱਲੇ ਮਾੜੀ ਮੋਟੀ ਜ਼ਮੀਨ ਕਿਤੇ ਹੈਗੀ ਸੀ, ਉਹਨੂੰ ਤਾਂ ਇੱਥੇ ਬਿਲਕੁਲ ਵੀ ਅਲਾਟ ਨਹੀਂ ਹੋਈ। ਜੈਸੇ ਦਰਸ਼ਕ ਵੀ ਜਾਣਦੇ ਨੇ, ਜਿਹੜੇ ਲੋਕ ਇਸ ਚੀਜ਼ ਨੂੰ ਦਰਦਨਾਕ ਚੀਜ਼ ਕਰਕੇ ਇਸ ਦੇ ਦਰਦਨਾਕ ਦਿਨ ਕਰਕੇ ਸਾਡੇ 47 ਦਾ ਜੋ ਹੋਇਆ ਸੀ, ਉਹਨਾਂ ਦਿਨਾਂ ਦੇ ਵਿੱਚ ਜੋ ਉਜਾੜਾ ਹੋਇਆ ਸੀ, ਸਭ ਨੂੰ ਪਤਾ ਹੈ। ਪਰ ਉਦੋਂ ਬੜੇ ਜਜ਼ਬਾਤ ਸੀ ਜਿਹੜੇ ਲੋਕਾਂ ਦੇ, ਉਹ ਟੁੱਟ ਗਏ। ਕਿਉਂਕਿ ਅਸੀਂ ਇੱਕ ਪਰਿਵਾਰ 'ਚ ਰਹਿੰਦੇ ਹਾਂ, ਪਰਿਵਾਰ ਸਾਡੇ ਗੁਆਂਢ ਨਾਲ ਕਿੰਨਾ ਪਿਆਰ ਹੁੰਦਾ, ਇੱਕ ਦੂਜੇ ਦੇ ਅਸੀਂ ਕੰਮ ਆਉਂਦੇ ਹਾਂ। ਜਜ਼ਬਾਤਾਂ ਦੀ ਗੱਲ, ਜ਼ਮੀਨਾਂ ਦੀ ਗੱਲ, ਤੇ ਜਿਹੜੇ ਰਿਸ਼ਤੇ ਸੀ ਸਾਡੇ, ਪਤਾ ਨਹੀਂ ਕਿੰਨਾ ਕੁਛ ਉੱਥੇ ਟੁੱਟਿਆ। ਸ਼ਾਇਦ ਇਸੇ ਕਰਕੇ ਜਿਹੜਾ ਇਸ ਆਜ਼ਾਦੀ ਨੂੰ ਆਜ਼ਾਦੀ ਨਹੀਂ ਬਣਾਉਂਦੇ। ਪਰ ਨਾਲ ਦੇ ਨਾਲ
ਬਹੁਤ ਸਾਰੀਆਂ ਗੱਲਾਂ ਨਾ ਸਾਡੇ ਜਦੋਂ ਆਜ਼ਾਦੀ ਦਾ ਦਿਹਾੜਾ ਆਉਂਦਾ ਹੈ ਜੀ ਜੀ ਕਿਸੇ ਹੱਦ ਤੱਕ ਬਤੌਰ ਪੰਜਾਬੀ, ਤੁਸੀਂ ਵੀ ਪੰਜਾਬੀ ਹੋ, ਤੁਸੀਂ ਵੀ ਇਹਨਾਂ ਲੋਕਾਂ ਦੇ ਜੀ ਜੀ ਬਿਲਕੁਲ ਬਿਲਕੁਲ। ਤੁਹਾਨੂੰ ਲੱਗਦਾ ਹੈ ਵੀ ਕਿਸੇ ਹੱਦ ਤੱਕ ਜਾਂ ਕੁਝ ਪਰਸੈਂਟੇਜ ਦੀ ਖੁਸ਼ੀ ਬਣਾ ਲੈਣੀ ਚਾਹੀਦੀ ਹੈ? ਨਹੀਂ ਦੇਖੋ, ਆਪਾਂ ਜੇ ਬਿਲਕੁਲ ਨਕਾਰ ਕੇ ਬਹਿ ਜਾਾਂਗੇ ਉਹ ਵੀ ਨਹੀਂ ਕਹਿੰਦਾ, ਪਰ ਦੇਖੋ ਮਸਲਾ ਕੀ ਹੈ ਨਾ, ਜਿਹੜਾ ਸੰਵਿਧਾਨ ਸਾਡਾ ਸਾਡੇ ਰੂਪ 'ਚ ਜਿਹੜਾ ਅਸੀਂ ਅਮਲੀ ਰੂਪ 'ਚ ਸਾਡੇ ਸਾਹਮਣੇ ਆ, ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਨੇ ਜਿਹਦੇ ਬਾਰੇ ਕੋਈ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ। ਬਹੁਤੇ ਲੋਕਾਂ ਨੇ ਮੇਰੇ ਖਿਆਲ ਨਾਲ ਇਹ ਕਮੀਆਂ ਬਾਰੇ ਜਾਣਦੇ ਵੀ ਨਹੀਂ ਹੈ ਕਿ ਸਾਡੇ ਐਡੀਆਂ ਵੱਡੀਆਂ ਕਮੀਆਂ ਨੇ। ਸੋ ਆਜ਼ਾਦੀ ਦਾ ਦਿਹਾੜਾ ਖੁਸ਼ੀ ਤੇ ਮਨਾਉਣੀ ਚਾਹੀਦੀ ਹੈ ਕਿ ਚਲੋ ਇੱਕ ਹਰੇਕ ਕੌਮ ਨੂੰ ਇਹ ਹੁੰਦਾ ਹੈ ਉਹਦੇ ਦਿਲ 'ਚ ਕਿ ਅਸੀਂ ਸਾਡੇ ਉੱਤੇ ਕੋਈ ਦੂਸਰੀ ਕੌਮ ਰਾਜ ਨਾ ਕਰੇ। ਕੋਈ ਵੀ ਆ, ਭਾਵੇਂ ਜੇ ਪਾਕਿਸਤਾਨ ਉਹਨਾਂ ਨੇ ਬਣਾਇਆ, ਉਹਨਾਂ ਦੇ ਵੀ ਜ਼ਿਹਨ 'ਚ ਇਹੋ ਹੀ ਸੀ ਕਿ ਸਾਡੇ 'ਤੇ ਸ਼ਾਇਦ ਕੋਈ ਦੂਸਰੀ ਕੌਮ ਜਿਹੜੀ ਆ ਉਹ ਰਾਜ ਨਾ ਕਰੇ, ਸਾਡੇ ਫੈਸਲੇ ਜਿਹੜੇ ਆ ਉਹ ਦੂਸਰੀ ਕੌਮ ਦਾ ਬੰਦਾ ਨਾ ਲਵੇ। ਪਹਿਲਾਂ ਤਾਂ ਉਹ ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ ਲਈ ਇਸ ਕਰਕੇ ਕਿ ਉਹ ਦੂਸਰੇ ਵਿਦੇਸ਼ੀ ਲੋਕ ਨੇ, ਦੂਸਰੀ ਕੌਮ ਦੇ ਲੋਕ ਨੇ, ਉਹ ਸਾਡੇ ਉੱਪਰ ਆਪਣੇ ਤਰੀਕੇ ਦੇ ਜਿਹੜੇ ਆ ਉਹ ਕਾਨੂੰਨ ਉਹ ਚਲਾ ਰਹੇ ਨੇ। ਤੇ ਪਰ ਜਿਹੜੀ ਅਧੂਰੀ ਜੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਆ ਕਿ ਸੰਵਿਧਾਨ ਬਣ ਗਿਆ, ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ, ਪਰ ਅਸੀਂ ਕਿੰਨਾ ਕੁ ਉਹਦੇ ਨਾਲੋਂ ਸਾਡਾ ਬਦਲਿਆ ਸਿਸਟਮ, ਉਹਦੇ ਵੱਲ ਧਿਆਨ ਦੇਣ ਦੀ ਲੋੜ ਆ। ਉਹਦੇ ਵੱਲ ਮਿਸਾਲ ਕੀ ਨਹੀਂ ਬਦਲਿਆ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਕੀ ਨਹੀਂ ਬਦਲਿਆ? ਦੇਖੋ ਮਿਸਾਲ ਦੇ ਤੌਰ ਤੇ ਆਪਾਂ ਜੇ ਪਹਿਲਾਂ ਦੀ ਗੱਲ ਕਰਦੇ ਆ, ਪਹਿਲਾਂ ਅਸੀਂ ਇਹੋ ਕਹਿੰਦੇ ਸੀ ਨਾ ਕਿ ਜਿਹੜੇ ਆ ਅੰਗਰੇਜ਼ਾਂ ਦਾ ਰਾਜ ਆ ਉਹ ਬੜਾ ਦਮਨਕਾਰੀ ਰਾਜ ਆ, ਕਿਸੇ ਨੂੰ ਕੁਝ ਬੋਲਣ ਦਾ ਹੱਕ ਨਹੀਂ ਆ। ਇਸ ਵੇਲੇ ਜੇ ਕੋਈ ਬੋਲਣ ਦਾ ਹੱਕ ਆ, ਤੁਸੀਂ 150-200 ਬੰਦਾ ਲੈ ਕੇ ਆ, ਹੁਣ ਜਿਵੇਂ ਟੀਚਰਾਂ ਦੀਆਂ ਮੰਗਾਂ ਉੱਠਦੀਆਂ ਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਮੁਜ਼ਾਹਰਾ ਕਰਨਾ ਚਾਹੁੰਦਾ, ਉਹਨੂੰ ਉਸੇ ਤਰੀਕੇ ਨਾਲ ਦਮਨਕਾਰੀ ਤਰੀਕੇ ਨਾਲ ਡਾਂਗਾਂ ਸੋਟਿਆਂ ਨਾਲ ਪਾਣੀ ਦੀਆਂ ਵਿਛਾੜਾਂ ਨਾਲ ਭਜਾਇਆ ਜਾਂਦਾ, ਜਿਵੇਂ ਪਹਿਲਾਂ ਕੀਤਾ ਜਾਂਦਾ ਸੀ। ਕਿ ਜੇ ਤੁਸੀਂ ਸਮਾਜ ਦੇ ਵਿਰੁੱਧ ਦੀ ਗੱਲ ਨਹੀਂ ਹੈਗੀ, ਇੱਥੇ ਸੱਤਾ ਦੇ ਵਿਰੁੱਧ ਦੀ ਗੱਲ ਆ। ਤੁਸੀਂ ਸਮਾਜ ਤੇ ਉਹੀ ਨੇ ਨਾ, ਉਹ ਲੋਕ ਜਿਹੜੇ ਉੱਥੇ ਵਿਰੋਧ ਕਰ ਰਹੇ ਨੇ ਤੁਹਾਡਾ, ਜਾਂ ਕਿਸੇ ਤਰ੍ਹਾਂ ਦੀਆਂ ਆਪਣੀਆਂ ਮੰਗਾਂ ਲੈ ਕੇ ਆਏ ਨੇ, ਫਰਜ਼ ਕੀ ਬਣਦਾ ਕਿ ਉਹਨਾਂ ਦੇ ਨੁਮਾਇੰਦੇ ਨੂੰ ਮਿਲਿਆ ਜਾਵੇ। ਚਲੋ ਕੁਝ ਚੀਜ਼ਾਂ ਦੇ ਮੌਕੇ ਤੇ ਹੱਲ ਸੰਭਵ ਨਹੀਂ ਹੁੰਦੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਡਿਪਲੋਮੈਟਿਕ ਤਰੀਕੇ ਨਾਲ ਟਾਲਿਆ ਵੀ ਜਾ ਸਕਦਾ ਹੈ ਕਿ ਚਲੋ ਅਗਲੀ ਗੱਲਬਾਤ ਆਪਾਂ ਇਸ ਤਰੀਕੇ ਨਾਲ ਕਰਾਂਗੇ, ਜਾਂ ਉਹਨਾਂ ਨੂੰ ਕੋਈ ਤਰੀਕ ਦੇ ਦਿਓ। ਸ਼ਾਹੀਨ ਬਾਗ ਦੇ ਵਿੱਚ ਕਿੰਨੇ ਲੋਕ ਬੈਠੇ ਰਹੇ? ਬਿਲਕੁਲ ਸ਼ਾਹੀਨ ਬਾਗ ਦੇ ਵਿੱਚ ਹੁਣ 2 ਮਹੀਨੇ ਲੋਕ ਬੈਠੇ ਰਹੇ ਨੇ। ਹੁਣ ਆਮ ਆਦਮੀ ਪਾਰਟੀ ਨੂੰ ਅਸੀਂ ਜਿੰਨੀ ਵਾਰ ਮਰਜ਼ੀ ਕਹੀ ਜਾਈਏ ਕਿ ਇੱਕ ਵੱਖਰੇ ਬਦਲ ਦੇ ਰੂਪ 'ਚ ਸਾਡੇ ਸਾਹਮਣੇ ਆਏ ਆ, ਪਰ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਜਾ ਕੇ ਇੰਨੀ ਤਾਦਾਦ 'ਚ ਜਿਹੜੇ ਉੱਥੇ ਲੋਕ ਬੈਠੇ ਸੀ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕਰਨੀ ਜ਼ਰੂਰੀ ਨਹੀਂ ਸਮਝੀ। ਉਹਨਾਂ ਨੇ ਇਹ ਜਿਹੜੀ ਸਿਆਸਤ ਹੈ ਨਾ ਜੀ, ਇਹ ਬੜੀ ਕਹਿ ਲਓ ਕਿ ਇਸ ਵੇਲੇ ਬੜੀ ਨੀਵੇਂ ਪੱਧਰ ਤੱਕ ਡਿੱਗ ਚੁੱਕੀ ਆ। ਜਿਵੇਂ ਸੰਵਿਧਾਨ ਦੀ ਮੈਂ ਗੱਲ ਕਰਨਾ, ਖਾਸ ਕਰਕੇ ਜਿਹੜੀਆਂ ਮੈਂ ਗੱਲਾਂ ਕਰਨੀਆਂ ਚਾਹੁੰਦਾ ਸੰਵਿਧਾਨ ਦੇ ਬਾਰੇ। ਸੰਵਿਧਾਨ ਤੁਸੀਂ ਆਜ਼ਾਦੀ ਨੂੰ ਅੱਜ ਵੀ ਜੇ ਗੁਲਾਮੀ ਕਹਿੰਦੇ ਆ ਤਾਂ ਤੁਸੀਂ ਸੰਵਿਧਾਨ ਦੀ ਐਗਜ਼ਾਮਪਲ ਦਿੰਦੇ ਹੋ। ਬਿਲਕੁਲ। ਸੰਵਿਧਾਨ ਜਿਹੜੀ ਸੰਵਿਧਾਨ ਦੇ ਵਿੱਚ ਕਿਹੜੀ ਵੱਡੀ ਗੱਲ ਹੈ ਜਿਹੜੀ ਸਾਨੂੰ ਅੱਜ ਵੀ ਗੁਲਾਮ ਕਰੀ? ਦੇਖੋ, ਸੰਵਿਧਾਨ ਦੀ ਜਿਹੜੀਆਂ ਵੱਡੀਆਂ ਗੱਲਾਂ ਨੇ ਨਾ ਜਿਨ੍ਹਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ, ਕਿ ਇਸ ਵੇਲੇ ਜਿਹੜਾ ਅਨਪੜ੍ਹ ਵਿਅਕਤੀ ਹੈ ਉਹ ਮੁੱਖ ਮੰਤਰੀ ਬਣ ਸਕਦਾ, ਪ੍ਰਧਾਨ ਮੰਤਰੀ ਬਣ ਸਕਦਾ, ਸਭ ਕੁਝ ਹੋ ਸਕਦਾ। ਅਨਪੜ੍ਹ ਵਿਅਕਤੀ ਜਿਹੜਾ ਆ ਉਹ ਚਪੜਾਸੀ ਨਹੀਂ ਬਣ ਸਕਦਾ, ਉਹਦੀ ਘੱਟੋ ਘੱਟ ਯੋਗਤਾ 10ਵੀਂ ਚਾਹੀਦੀ ਹੈ। ਤੁਸੀਂ ਦੇਖੋ ਕਿ ਉਹ ਬੰਦਾ ਬਣ ਸਕਦਾ, ਉਹ ਸਾਡੇ ਸੰਵਿਧਾਨ ਦੇ ਵਿੱਚ ਇਹ ਏਡੀ ਵੱਡੀ ਕਮੀ ਹੈ। ਕਦੀ ਇੰਨੀਆਂ ਪਾਰਟੀਆਂ ਆ ਗਈਆਂ, ਕੱਲ੍ਹ ਨੂੰ ਆਮ ਆਦਮੀ ਪਾਰਟੀ ਫੋਰ ਐਗਜ਼ਾਮਪਲ ਆ ਜਾਂਦੀ ਹੈ, ਚਲੋ ਇਹ ਬੜੀ ਮੁਸ਼ਕਿਲ ਹੈ ਅਜੇ ਤੇ ਹਾਲਾਤ ਇਹਦੇ, ਪਰ ਜੇ ਆ ਵੀ ਜਾਂਦੇ ਨੇ ਤੇ ਕੀ ਉਹ ਕੋਈ ਵੀ ਰੱਖਣਗੇ ਮੰਗ ਕਿ ਆਪਾਂ ਇਹਦੀ ਇੱਕ ਦਰ ਤੈਅ ਕਰੀਏ ਕਿ ਘੱਟੋ ਘੱਟ MA ਯੋਗਤਾ ਹੋਵੇ। ਜਿਹੜਾ ਕੋਈ ਉਮੀਦਵਾਰ ਆ ਉਹ MLA ਖਲੋਣਾ ਚਾਹੁੰਦਾ, MP ਖਲੋਣਾ ਚਾਹੁੰਦਾ, ਉਹਦੀ ਘੱਟੋ ਘੱਟ MA ਯੋਗਤਾ ਹੋਵੇ, ਉਹਦਾ ਇੱਕ ਐਂਟਰੈਂਸ ਟੈਸਟ ਹੋਵੇ ਕਿ ਉਹ 'ਚ ਉਹਨੂੰ ਪੁੱਛਿਆ ਜਾਵੇ ਕਿ ਤੈਨੂੰ ਸੰਵਿਧਾਨ ਦੀ ਜਾਣਕਾਰੀ ਹੈ, ਸਾਡੇ ਸਿਸਟਮ ਦੀ ਜਾਣਕਾਰੀ ਹੈ, ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਹੈ। ਬਹੁਤ ਸਾਰਾ ਜਿਹੜਾ ਬੰਦਾ ਇੱਕ IAS ਅਧਿਕਾਰੀ ਬਣਦਾ, ਉਹਨੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ, ਕਿੰਨਾ ਪੜ੍ਹਦਾ ਹੈ ਤੇ ਉਹ ਇੱਕ IAS ਬਣਦਾ ਹੈ, ਉਹ ਇੱਕ ਆਪਣੀ ਡਿਊਟੀ ਤੋਂ ਸੰਭਾਲਦਾ। ਬਿਲਕੁਲ ਜਿਹੜਾ ਰੋਗ ਹੈ ਉਹ ਉਹਦਾ ਸਹਿਣਾ ਪੈਂਦਾ ਨਾ 5ਵੀਂ ਫੇਲ। ਬਿਲਕੁਲ, ਜਿਹੜਾ 5ਵੀਂ ਫੇਲ ਆ ਉਹਨੂੰ ਆਰਡਰ ਦੇਣੇ ਨੇ ਕਿ ਇੰਜ ਨਹੀਂ ਇੰਜ ਕਰਨਾ। ਇਹ ਇੱਕ ਜਿਹੜੀ ਆ ਫੋਟੋ ਜਿਹੜੀ ਆ ਕਾਫੀ ਵਾਇਰਲ ਹੋਈ ਸੀਗੀ ਕਿ ਪਿੱਛੇ ਉਹ ਉਮਾ ਭਾਰਤੀ ਕਿਤੇ ਖੜੀ ਸੀਗੀ, ਉਹ ਸਟੇਜ ਦੇ ਉੱਪਰ ਖੜੀ ਹੋਈ ਹੈ ਤੇ ਉਹਦਾ ਕੱਦ ਛੋਟਾ ਹੋਣ ਕਰਕੇ ਜਿਹੜਾ ਅੱਗੇ ਡਾਇਸ ਸੀ ਉਹ ਉੱਚਾ ਸੀ ਤੇ ਕੱਦ ਛੋਟਾ ਸੀ, ਤੇ ਉਹਦੀ ਪੀੜੀ ਫੜ ਕੇ ਇੱਕ IAS ਅਧਿਕਾਰੀ ਬੈਠਾ ਹੋਇਆ, ਕਿ ਇੱਕ IAS ਅਧਿਕਾਰੀ ਪੀੜੀ ਫੜ ਕੇ ਬੈਠਾ ਹੋਇਆ। ਤੇ ਇਹ ਕਿੱਡੀ ਵੱਡੀ ਟ੍ਰੈਜਡੀ ਹੈ। ਇਸ ਮਾਮਲੇ ਨੂੰ ਬਿਲਕੁਲ ਕਹਿ ਸਕਦੇ ਕਿ ਇਹ ਜਿਹੜੇ ਸੰਵਿਧਾਨ ਨੇ, ਚਾਹੇ ਅਸੀਂ ਵੈਸੇ ਦੇਖਣ ਦੇ ਵਿੱਚ ਆਜ਼ਾਦ ਹੋ ਗਏ ਹਾਂ, ਪਰ ਇਹ ਜਿਹੜੀਆਂ ਚੀਜ਼ਾਂ ਸਾਨੂੰ ਗੁਲਾਮ ਕਰੀ ਬੈਠੀਆਂ ਨੇ ਤੇ ਇਹਨਾਂ ਤੇ ਬੋਲਦਾ ਕਿਉਂ ਨਹੀਂ? ਦੇਖੋ, ਬੋਲਣ ਦੀ ਗੱਲ ਤੇ ਤਾਂ ਆਵੇ ਨਾ ਜੇ ਲੋਕਾਂ ਨੂੰ ਗਿਆਨ ਹੋਵੇ। ਗਿਆਨ ਦੀ ਕਮੀ ਬਹੁਤ ਸਾਡੇ ਤੇ ਜਿਹੜਾ ਸਿੱਖਿਆ ਤੇ ਕੰਮ ਤੇ ਨਾ ਬਰਾਬਰ ਆ, ਬਿਲਕੁਲ ਕਹਿ ਲਓ ਕਿ ਹੋ ਹੀ ਨਹੀਂ ਰਿਹਾ। ਸਿੱਖਿਆ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਚੁੱਕਿਆ। ਜੇ ਤੁਹਾਡੀ ਜੇਬ 'ਚ ਪੈਸੇ ਹੈਗੇ ਨੇ, ਜਿਵੇਂ ਉਹ ਪਹਿਲਾਂ ਕਿਸੇ ਨੇ ਉਦਾਹਰਣ ਦਿੱਤੀ ਸੀ ਕਿ ਮੋਬਾਈਲ ਜਿਹੜਾ ਹੈ ਨਾ, ਮੋਬਾਈਲ ਵਾਂਗੂ ਸਿੱਖਿਆ ਹੋ ਗਈ ਹੈ ਕਿ ਜੇ ਤੁਹਾਡੇ ਕੋਲ ਪੈਸੇ ਘੱਟ ਨੇ ਤੇ ਛੋਟਾ ਮੋਬਾਈਲ ਲਓਗੇ, ਵਧੀਆ ਪੈਸੇ ਨੇ ਤੇ ਜ਼ਿਆਦਾ ਨੇ ਤੇ ਤੁਸੀਂ ਵਧੀਆ ਮੋਬਾਈਲ ਲੈ ਲਓਗੇ,
ਜਿੱਡੇ ਮਰਜ਼ੀ ਪਿਕਸਲ ਲੈ ਲਓ, ਜਿੱਡੀ ਮਰਜ਼ੀ ਸਕਰੀਨ ਹਾਈਟ HD ਵਗੈਰਾ ਜੋ ਵੀ ਹੈਗਾ ਉਹਦਾ ਉਹ ਲੈ ਲਓ। ਸੋ ਉਹ ਸਿੱਖਿਆ ਦੀ ਜਿਹੜੀ ਬਹੁਤ ਜ਼ਿਆਦਾ ਕਮੀ ਹੋਣ ਕਰਕੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਹੱਕ ਕੀ ਨੇ, ਸਾਨੂੰ ਮੰਗਾਂ ਕਿਹਦੀਆਂ ਉਠਾਉਣੀਆਂ ਚਾਹੀਦੀਆਂ। ਤੁਸੀਂ ਕੋਈ MLA ਆ, ਕੋਈ MP ਆ, 30 ਸਾਲ ਹੋ ਗਿਆ ਜੀ ਉਹ MP ਬਣ ਰਿਹਾ, MLA ਬਣ ਰਿਹਾ, ਉਹਨੂੰ ਕਹਿ ਰਹੇ ਨੇ ਕਿ ਉਹਨੂੰ ਤੁਸੀਂ ਫਿਰ ਵੀ ਵੋਟ ਪਾਉਂਦੇ ਜੇ। ਉਹ ਆਪਣੀਆਂ ਕਹਿੰਦਾ ਜੀ ਮੈਂ ਆਹ ਕਰਾਤਾ, ਉਹ ਕਰਾਤਾ ਜੀ, ਮੈਂ ਇੱਥੇ ਆਹ ਬਣਾਇਆ। ਮੈਂ ਕਹਿੰਦਾ ਇਸ ਵੇਲੇ ਪੰਜਾਬ 'ਚ ਨਾਂ ਲੈਣ ਦਾ ਇੱਕ MP ਲਿਆਓ ਜਿਹਨੇ ਹੋਰ ਤੇ ਹੋਰ ਬਾਕੀ ਆਪਣਾ ਪਿੰਡ ਹੀ ਇੱਕ ਐਸਾ ਬਣਾਇਆ ਹੋਵੇ ਵੀ ਉਹਨੇ 30 ਸਾਲ 40 ਸਾਲ ਸਿਆਸਤ ਚਲਾਏ ਨੇ, 40 ਸਾਲਾਂ ਦੀ ਖੱਟੀ 'ਚ ਉਹਨੇ ਆਪਣਾ ਪਿੰਡ ਵੀ ਨਮੂਨੇ ਦਾ ਨਹੀਂ ਬਣਾਇਆ ਕਿ ਜਿਹਨੂੰ ਦੱਸ ਸਕੇ ਕਿ ਦੇਖੋ ਮੈਂ ਆਪਣਾ ਪਿੰਡ ਤੇ ਬਣਾਇਆ ਨਾ। ਇੱਕ ਜਿਹੜਾ MP ਆਪਣਾ ਪਿੰਡ ਨਹੀਂ ਬਣਾ ਸਕਿਆ ਤੇ ਉਹ ਸਮਾਜ ਦੀ, ਇਲਾਕੇ ਦੀ ਕਹੇਗਾ ਕਿ ਮੈਂ ਵਿਕਾਸ ਕਰ ਦਾਂਗਾ। ਬਹੁਤ ਪੰਜਾਬ ਦੇ ਬਾਰੇ ਜੇ ਗੱਲ ਕਰਨ ਲੱਗ ਜੀ ਨਾ, ਜੇ ਕਿਸੇ ਫੋਰਨਰ ਨੂੰ ਦੱਸਣਾ ਹੋਵੇ ਤਾਂ ਹੈਰਾਨ ਹੋ ਕੇ ਮੈਂ ਸਮਝਦਾ ਬਣ ਜਾਂਦੇ ਸੀ ਇਹ ਤਸਵੀਰ ਸਾਡਾ ਸਿੱਖਿਆ ਮੰਤਰੀ ਦੀ ਪੰਜ ਫੇਲ ਹੋ ਸਕਦਾ ਹੈ ਸਾਡੇ। ਮਤਲਬ ਇਸ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈ ਨਾ ਉਹ ਕਿਸੇ ਨੇ ਵੀ ਨਹੀਂ ਸੀ ਚਾਹੀ। ਜਿਹੜੇ ਆਜ਼ਾਦੀ ਦੀ ਸੋਚ ਤੁਹਾਡੇ ਅੰਦਰ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਤੁਸੀਂ ਸਿੱਖਿਅਤ ਹੁੰਦੇ ਜੇ, ਜਦੋਂ ਤੁਸੀਂ ਸਮਾਜ ਪ੍ਰਤੀ ਜਾਗਰੂਕ ਹੁੰਦੇ ਆ, ਫਿਰ ਤੁਹਾਡੇ ਅੰਦਰ ਪਤਾ ਲੱਗਦਾ ਕਿ ਅਸੀਂ ਕਿਹੜੀਆਂ ਚੀਜ਼ਾਂ 'ਚ ਗੁਲਾਮ ਆ, ਕਿਹੜੀ ਚੀਜ਼ ਬਾਰੇ ਫਿਰ ਵੀ ਲੀਡਰ ਜਦੋਂ ਕੋਈ ਰੈਲੀਆਂ ਕਰਦੇ ਆ, ਜਦੋਂ ਕੁਝ ਵੀ ਕਰਦੇ ਆ, ਇਹ ਫਿਰ ਵੀ ਬੜੇ ਖੁਸ਼ ਹੋ ਕੇ ਕਹਿ ਦਿੰਦੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਇਹ ਦੇ ਸਕਦੇ ਨੇ। ਪਹਿਰਾ ਤੇ ਦੇਖੋ ਜੀ, ਭਗਤ ਸਿੰਘ ਦੀ ਜਿਵੇਂ ਗੱਲ ਕਰਦੇ ਹਾਂ, ਭਗਤ ਸਿੰਘ ਦੋ ਗੱਲਾਂ ਸੀ ਭਗਤ ਸਿੰਘ ਦੀਆਂ ਕਿ ਇੱਕ ਤੇ ਉਹ ਸਮਾਜਵਾਦੀ ਸੋਚ ਦਾ ਧਾਰਨੀ ਸੀ, ਉਹ ਆਖਰੀ ਸਮੇਂ ਤੱਕ ਲੈਨਿਨ ਪੜ੍ਹਦਾ ਰਿਹਾ, ਮਾਰਕਸ ਐਂਗਲਸ, ਉਹਨਾਂ ਤੇ ਮਾਰਕਸ ਸਮਾਜਵਾਦ ਤੋਂ ਪ੍ਰਭਾਵਿਤ ਸੀ। ਜੇ ਹੁਣ ਅਸੀਂ ਅੱਜ ਇਹ ਤੇ ਹੈ ਨਹੀਂ, ਜੇ ਕੋਈ ਲੀਡਰ ਕਹੇ ਕਿ ਮੈਂ ਪਹਿਰਾ ਦਿਆਂਗਾ ਠੋਕ ਕੇ ਵੀ ਮੈਂ ਸਮਾਜਵਾਦੀ ਹੋ ਜਾਵਾਂਗਾ, ਉਹ ਤਾਂ ਨਹੀਂ ਹੋ ਸਕਦਾ। ਉਹਨੂੰ ਲੋਕਤੰਤਰ ਦੇ ਢਾਂਚੇ 'ਚ ਕੰਮ ਕਰਨਾ ਪੈਣਾ। ਦੂਸਰੀ ਗੱਲ ਇਹ ਹੈ ਕਿ ਉਹਨੇ 23-24 ਸਾਲ ਦੀ ਉਮਰ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਹੈ। ਅੱਜ ਇਹ ਜਿਹੜੇ 80-80 ਸਾਲ ਦੇ ਨੇ, 90-90 ਸਾਲ ਦੇ ਹੋ ਗਏ ਨੇ, ਅਜੇ ਤੱਕ ਇਹ ਕੁਰਸੀ ਨਹੀਂ ਛੱਡਦੇ। ਕਹਿ ਦੇਣਗੇ ਕਿ ਹੁਣ ਮੈਂ ਨਾਮ ਨਹੀਂ ਲਵਾਂਗਾ, ਕਈ ਲੀਡਰ ਨੇ ਇਹੋ ਜਿਹੇ ਕਹਿਣਗੇ ਕਿ ਕਿਤੇ ਵੀ ਪੰਥ 'ਤੇ ਕੁਰਬਾਨੀ ਦੇਣ ਦੀ ਲੋੜ ਪਈ ਤੇ ਯਾਦ ਕਰ ਲਿਓ, ਪੰਥ ਲਈ ਕੁਰਬਾਨੀ ਦੇ ਦਿਆਂਗੇ। ਮਤਲਬ ਕਿਹੜੀ ਕੁਰਬਾਨੀ ਦੇ ਦਿਆਂਗੇ? ਕਦੋਂ ਦੇ ਦੋਗੇ ਬਾਬਾ ਜੀ? ਤੁਹਾਡੀ 60 ਸਾਲ ਤੇ ਉਮਰ ਹੋ ਗਈ, ਕਿਹੜੇ ਵੇਲੇ ਕੁਰਬਾਨੀ ਦਿਓਗੇ ਤੁਸੀਂ ਇਹੋ ਹੀ ਕਹੀ ਜਾਂਦੇ ਕੁਰਬਾਨੀ ਦੇ ਦਿਆਂਗੇ, ਤੇ ਨਾ ਤੁਸੀਂ ਕੁਰਬਾਨੀ ਦੇ ਸਕਦੇ ਆ। ਤੇ ਜੇ ਹੁਣ 23 ਸਾਲ ਦਾ ਭਗਤ ਸਿੰਘ ਉਹਨੇ ਫਾਂਸੀ ਦਾ ਰੱਸਾ ਚੁੰਮਿਆ ਸਾਡੇ ਲਈ, ਉਹਦੇ ਵੀ ਕੁਝ ਸੁਪਨੇ ਹੋਣਗੇ ਹਨਾ। ਇੱਕ ਯੰਗ ਖੂਨ ਜਦੋਂ ਹੁੰਦਾ ਆ ਉਦੋਂ ਤੁਸੀਂ ਉਹਦਾ ਕੀ ਵਿਜ਼ਨ ਆ, ਉਹ ਸ਼ਾਇਦ ਉਹਨੇ ਪਤਾ ਨਹੀਂ ਅਜੇ ਕਈ ਕੁਝ ਉਹਨੇ ਦੇਣਾ ਸੀ, ਪਰ ਉਹਨੇ ਦੇਖਿਆ ਕਿ ਇਸ ਵੇਲੇ ਕੁਰਬਾਨੀ ਦੀ ਲੋੜ ਆ, ਕੁਰਬਾਨੀ ਦਿੱਤੀ। ਤੇ ਜੇ ਉਹਦੀ ਤੁਸੀਂ ਸੋਚ ਤੇ ਪਹਿਰਾ ਦੇਣਾ, ਕੁਰਬਾਨੀ ਦਿਓ। ਤੁਸੀਂ ਗੱਲਾਂ ਰਾਹੀਂ ਕਹਿੰਦੇ ਵੀ ਕੁਰਬਾਨੀ ਦਿਆਂਗੇ, ਉਹ ਪਤਾ ਨਹੀਂ ਕਿਹੜੀ ਕੁਰਬਾਨੀ ਹੈ, ਕਦੋਂ ਆਉਣੀ ਹੈ। ਸੋ ਭਗਤ ਸਿੰਘ ਦੀ ਤੇ ਕਿਹਨੇ ਰੀਸ ਕਰ ਲੈਣੀ ਹੈ, ਪਰ ਅੱਜ ਦਾ ਜਿਹੜਾ ਦੌਰ ਹੈ ਇੱਥੇ ਤੇ ਵੇਖ ਕੇ ਤਰਸ ਹੀ ਆਉਂਦਾ ਜਿਹੜਾ ਸਿਸਟਮ ਹੋ ਗਿਆ। ਔਰ ਪੰਜਾਬ ਦੇ ਵਿੱਚ ਪੂਰੇ ਭਾਰਤ ਦੀ ਗੱਲ ਕਰੀਏ, ਇਸ ਭਾਰਤ ਦੇ ਸੰਵਿਧਾਨ ਦੀ, ਜੇ ਮੈਂ ਗੱਲ ਦੁਬਾਰਾ ਕਰਾਂ ਤਾਂ ਸੱਚਮੁੱਚ ਅਸੀਂ ਇੰਨੇ ਗੁਲਾਮ ਹੈ। ਕੁਝ ਡਿਸਕਸ਼ਨ ਤੋਂ ਪਹਿਲਾਂ ਆਪਾਂ ਇੱਕ ਮੁੱਦਾ ਡਿਸਕਸ ਕਰ ਰਹੇ ਸੀ ਕਿ ਸਾਡੇ ਭਾਰਤ ਦੇ ਵਿੱਚ ਇਹ ਵੀ ਕਾਨੂੰਨ ਹੈ ਕਿ ਇੱਕ ਬੰਦਾ 2 ਜਗ੍ਹਾ ਤੋਂ ਚੋਣਾਂ ਲੜ ਸਕਦਾ ਹੈ। ਬਿਲਕੁਲ ਇਸ ਮਾਮਲੇ ਬਾਰੇ ਦੇਖੋ, 2 ਜਗ੍ਹਾ ਤੋਂ ਚੋਣਾਂ ਲੜ ਸਕਦਾ ਬੰਦਾ। ਕੋਈ ਪ੍ਰਧਾਨ ਮੰਤਰੀ, ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ, ਉਹਨਾਂ ਨੇ ਵੀ 2 ਜਗ੍ਹਾ ਤੋਂ ਚੋਣ ਲੜੀ। ਤੇ ਇਹ ਕੀ ਹੈ ਕਿ ਇੱਕ ਦੇ ਦੋਵਾਂ ਜਗ੍ਹਾ ਤੋਂ ਬੰਦਾ ਜਿੱਤ ਗਿਆ, ਇੱਕ ਜਗ੍ਹਾ ਤੋਂ ਉਹਨੂੰ ਅਸਤੀਫਾ ਦੇਣਾ ਪੈਣਾ, ਉੱਥੇ ਉਹਦੀ ਦੁਬਾਰਾ ਚੋਣ ਹੋਏਗੀ, ਫਿਰ ਉਹਤੇ ਦੁਬਾਰਾ ਉਮੀਦਵਾਰ ਖੜੇ ਹੋਣਗੇ, ਦੁਬਾਰਾ ਵੋਟਾਂ ਹੋਣਗੀਆਂ, ਦੁਬਾਰਾ ਖਜ਼ਾਨੇ ਤੇ ਭਾਰ ਪਏਗਾ। ਪਰ ਉਹ ਜਿਹੜਾ ਤੁਹਾਡਾ, ਤੁਸੀਂ ਇਹ ਦੇਖੋ ਲੋਕਾਂ ਦੀ, ਜਿਵੇਂ ਮੈਂ ਗੱਲ ਕਰਦਾ ਸਿੱਖਿਆ ਦੀ ਬਹੁਤ ਕਮੀ ਆ। ਜਿਹੜਾ ਸਾਡਾ ਮੁੱਖ ਸੇਵਾਦਾਰ ਜਿਹਨੂੰ ਕਹਿੰਦੇ ਨੇ, ਪ੍ਰਧਾਨ ਮੰਤਰੀ ਦਾ ਸਾਡਾ ਮੁੱਖ ਸੇਵਾਦਾਰ ਆ ਦੇਸ਼ ਦਾ, ਉਹ ਬੰਦਾ ਜਿਹੜਾ ਆ ਉਹ ਆਪਣੀ ਸੇਫ ਗੇਮ ਖੇਡਣਾ ਚਾਹੁੰਦਾ ਹੈ ਕਿ ਮੈਂ 2 ਜਗ੍ਹਾ ਤੋਂ ਲੜਾਂ ਤੇ ਜੇ ਇੱਕ ਜਗ੍ਹਾ ਤੋਂ ਹਾਰ ਵੀ ਜਾਵਾਂ ਮੈਂ ਜੇਤੂ ਰਵਾਂ। ਇਹ ਕੰਮ ਉਹਨਾਂ ਨੂੰ ਅਸੀਂ ਉਹਨਾਂ ਦੇ ਮਗਰ, ਚਲੋ ਅਸੀਂ ਆਈਡੀਓਲੋਜੀ ਦੀ ਨਹੀਂ ਗੱਲ ਕਰਦੇ ਕਿ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਕੋਈ ਜਿਵੇਂ ਅਕਸਰ ਕਿਹਾ ਜਾਂਦਾ, ਠੱਪਾ ਲਾ ਦਿੱਤਾ ਜਾਂਦਾ ਕਿ ਹਿੰਦੂਵਾਦ ਹੈ ਜੀ, ਇਹ ਇਸਲਾਮਿਕ ਨੇ। ਉਹ ਦੇਖੋ ਵੱਖੋ ਵੱਖਰੀ ਤੁਹਾਡੀ ਆਪਣੀ ਨਿੱਜੀ ਚੋਣ ਆ, ਤੁਸੀਂ ਕਿਸ ਪਾਰਟੀ ਨਾਲ ਜੁੜਨਾ। ਪਰ ਜਿਹੜਾ ਇੱਕ ਜਾਗਰੂਕ ਵੋਟਰ ਆ ਉਹ ਇਹਨਾਂ ਚੀਜ਼ਾਂ ਬਾਰੇ ਤਾਂ ਸੋਚਦਾ ਨਾ ਕਿ ਜਿਹੜਾ ਮੇਰਾ ਲੀਡਰ ਆ ਉਹ ਜੇ 2 ਜਗ੍ਹਾ ਤੋਂ ਚੋਣਾਂ ਲੜ ਰਿਹਾ, ਉਹ ਜੇ ਮੇਰੇ ਵਾਲੀ ਜਿੱਤ ਗਿਆ ਤੇ ਬਾਅਦ 'ਚ ਉਧਰ ਵਾਲੀ ਵੀ ਜਿੱਤ ਗਿਆ ਤੇ ਬਾਅਦ 'ਚ ਉਹਨੇ ਸੋਚ ਲਿਆ ਵੀ ਮੈਂ ਤੇਰੇ ਵਾਲੀ ਤੋਂ ਰਿਜ਼ਾਈਨ ਦੇਣਾ, ਤੇ ਮੈਨੂੰ ਉਹਦਾ ਜਿਤਾਉਣ ਦਾ ਫਾਇਦਾ ਕੀ ਹੋਊ? ਬਹੁਤ ਵਧੀਆ ਗੱਲ ਕਹੀ ਤੁਸੀਂ। ਕਿਆ ਪਤਾ ਕਿ ਉਹ ਮੇਰੇ ਵਾਲੀ ਤੋਂ ਹੀ ਨਾ ਅਸਤੀਫਾ ਦੇ ਦੇ। ਵੋਟ ਦੀ ਇੰਪੋਰਟੈਂਸ ਖਤਮ ਕਰਨ ਵਾਲੀ ਗੱਲ ਹੈ। ਜੇ ਜਿਹਨੂੰ ਮੈਂ ਜਿਤਾ ਰਿਹਾ, ਸੋ ਇਹ ਚੀਜ਼ ਜਿਹੜੀ ਹੈ ਨਾ, ਇਹ ਹੋਰ ਵੀ ਬੜੀਆਂ ਸੰਵਿਧਾਨ ਦੇ ਵਿੱਚ ਵੱਡੀਆਂ ਕਮਜ਼ੋਰੀਆਂ ਨੇ। ਇਹ ਨਹੀਂ ਹੈ ਕਿ ਆਪਾਂ ਇੱਕ ਇਹ ਗੱਲ ਕਰਦੇ ਹਾਂ, ਇੱਕ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਕਿ 2 ਜਗ੍ਹਾ ਤੋਂ ਚੋਣ ਲੜ ਸਕਦਾ। ਸੰਵਿਧਾਨ ਦੇ ਵਿੱਚ ਸਾਡੇ ਹੋਰ ਬਹੁਤ ਜ਼ਿਆਦੀਆਂ ਵੱਡੀਆਂ ਕਮਜ਼ੋਰੀਆਂ ਨੇ ਜਿਨ੍ਹਾਂ ਦੀ ਕਿ ਆਪਾਂ ਜਿਵੇਂ ਗੱਲ ਕਰ ਲਈਏ ਕਿ ਸੰਵਿਧਾਨ ਦੇ ਵਿੱਚ
ਜੇ ਇਹਦੇ ਬਾਰੇ ਮੇਰੇ ਕੋਈ ਹੋਰ ਮੇਰੇ ਇੱਕ ਜ਼ਿਹਨ 'ਚ ਗੱਲਬਾਤ ਸੀਗੀ, ਉਹ ਆਪਾਂ ਫਿਰ ਕਰਦੇ ਹਾਂ ਗੱਲਬਾਤ, ਉਹਦੇ ਬਾਰੇ ਲਿਆਉਂਦੇ ਹਾਂ। ਇਹ ਸੰਵਿਧਾਨ ਸਾਨੂੰ ਗੁਲਾਮ ਕਰੀ ਬੈਠਾ, ਪਰ ਇਹ ਜ਼ਰੂਰੀ ਮਤਲਬ ਇਹ ਕੁਛ ਇਹੋ ਜਿਹੀਆਂ ਗੱਲਾਂ ਨੇ ਜਿਹਨਾਂ ਪਿੱਛੇ ਹਾਂ ਸਾਡੇ ਨੌਜਵਾਨ ਮੁੰਡੇ ਕੇ ਵੀ ਲੜਨ ਦੀ ਕੋਸ਼ਿਸ਼ ਕਰਦੇ ਆ, ਸਰਕਾਰ ਨਾਲ ਬਗਾਵਤ ਕਰਦੇ ਆ, ਪਰ ਮੈਨੂੰ ਲੱਗਦਾ ਉਹਨਾਂ ਦੀ ਬਗਾਵਤ ਦਾ ਜਿਹੜਾ ਤਰੀਕਾ ਜਾਂ ਰਾਹ ਜਾਂ ਪਾਥ ਸਹੀ ਨਹੀਂ ਹੈਗਾ। ਉਹਨੂੰ ਸ਼ਾਇਦ ਖੁਦ ਨਹੀਂ ਪਤਾ ਕਿ ਅਸੀਂ ਕਿਸ ਗੱਲ ਤੇ ਬਗਾਵਤ ਕਰਨੀ ਹੈ। ਸ਼ਾਇਦ ਉਹ ਬਗਾਵਤ ਕਰਨ ਵਾਲੇ ਜਿਹੜੇ ਮਾਈਂਡ ਨੇ ਜਾਂ ਜਿਹਨਾਂ ਨੇ ਕਰਨੀ ਹੈ ਉਹ ਭੜਕ ਚੁੱਕੇ ਨੇ। ਸਾਡਾ ਯੂਥ ਜਿਹੜਾ ਹਾਈਜੈਕ ਹੋ ਚੁੱਕਿਆ, ਪਤਾ ਨਹੀਂ ਇਹਨਾਂ ਨੇ ਕੀਤਾ ਹੈ, ਕਿਸੇ ਜਸਟਿਸ ਨੇ ਕੀਤਾ ਹੈ। ਤੁਹਾਨੂੰ ਲੱਗਦਾ ਕਿ ਜਿਹੜਾ ਚਲੋ ਪੰਜਾਬ 'ਚ ਬੈਠੇ, ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਮੁੰਡੇ ਆ ਜਿਹੜੇ, ਪੰਜਾਬ ਦੀ ਪਾਰਟ ਹੈ, ਪੰਜਾਬ ਦੇ ਮੁੰਡੇ ਆ ਜਿਹੜੇ ਇਹਨਾਂ ਨੂੰ ਇਹ ਆਜ਼ਾਦੀ ਮੰਨ ਰਹੇ, ਮਤਲਬ ਖੁੱਲ੍ਹ ਕੇ ਇਹਨਾਂ ਤੋਂ ਚਾਹੀਦਾ ਮਿਲ ਰਿਹਾ। ਨਹੀਂ, ਆਜ਼ਾਦੀ ਕਾਹਦੀ ਮੰਨ ਰਹੇ ਨੇ ਜੀ ਪੰਜਾਬ ਦੇ ਜਿਹੜੇ, ਜਿਵੇਂ ਜੇ ਮੰਗ ਉੱਠਦੀ ਹੈ ਨਾ, ਕਿਉਂਕਿ ਇਹ ਭਵਿੱਖ ਜਿਹੜਾ ਆ ਉਹ ਸੈਂਟਰ ਹੀ ਤੈਅ ਕਰਦੀ ਆ ਸੂਬਿਆਂ ਦਾ ਭਵਿੱਖ। ਤੇ ਜਿਹੜੇ ਸੂਬੇ ਨੇ ਉਹ ਜਿਹੜੇ ਅਨਐਜੂਕੇਟਡ ਲੋਕ ਨੇ ਜਾਂ ਅੱਜ ਕੱਲ੍ਹ ਦੀ ਜਿਹੜੀ ਨਵੀਂ ਜਨਰੇਸ਼ਨ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ, ਕਿਸ ਤਰ੍ਹਾਂ ਦਾ ਅਸੀਂ ਮਿਊਜ਼ਿਕ ਸੁਣ ਰਹੇ ਹਾਂ, ਕਿਸ ਤਰ੍ਹਾਂ ਦੇ ਅਸੀਂ ਕਿੱਥੇ ਜੀਵਨ ਜੀ ਰਹੇ ਹਾਂ। ਜਹਾਂ ਦੀ ਉਹ ਮੈਨੂੰ ਇੱਕ ਗੱਲ ਮੈਂ ਹੋਰ ਸੰਵਿਧਾਨ ਦੇ ਬਾਰੇ ਜਿਹੜੀ ਜ਼ਰੂਰੀ ਕਰਨਾ ਚਾਹੁੰਦਾ ਸੀਗਾ ਕਿ ਸੰਵਿਧਾਨ ਦੇ ਵਿੱਚ ਇੱਕ ਇਹ ਬੜੀ ਵੱਡੀ ਕਮਜ਼ੋਰੀ ਹੈ ਕਿ ਜੇ ਤੁਸੀਂ ਜਿੱਤ ਗਏ ਤੇ ਫਿਰ ਤਾਂ ਤੁਸੀਂ ਸੀਟ ਕੋਈ ਲੈਣੀ ਆ, ਜੇ ਤੁਸੀਂ ਹਾਰ ਗਏ ਫਿਰ ਵੀ ਤੁਸੀਂ ਕੋਈ ਨਾ ਕੋਈ ਮੰਤਰਾਲਾ ਲੈ ਸਕਦੇ ਜੀ। ਸਾਡੇ ਅੰਮ੍ਰਿਤਸਰ ਤੋਂ ਜਿਵੇਂ ਅਰੁਣ ਜੇਤਲੀ ਹੁਣੀ ਹਾਰ ਗਏ ਸੀਗੇ, ਤੇ ਹਾਰਨ ਤੋਂ ਬਾਅਦ ਵੀ ਉਹਨਾਂ ਨੂੰ ਜਿਹੜਾ ਮੁੱਖ ਮੰਤਰਾਲਾ ਵਿੱਤ ਮੰਤਰੀ ਬਣਾ ਦਿੱਤਾ ਗਿਆ। ਹਰਦੀਪ ਪੁਰੀ ਜੀ ਮੰਤਰੀ ਨੇ, ਜਿਸ ਨੂੰ ਲੋਕਾਂ ਨੇ ਜਿਸ ਤੇ ਯਕੀਨ ਨਹੀਂ ਕੀਤਾ। ਜਿਸ ਕੋਈ ਵੀ ਮੰਤਰੀ ਹੋਵੇ, ਉਹ ਕਿਸੇ ਤੇ ਪਰਸਨਲ ਅਟੈਕ ਨਹੀਂ ਹੈ ਕਿ ਫਲਾਣਾ ਬੰਦਾ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਹਾਂ, ਕੋਈ ਵੀ ਹੋਵੇ ਜਿਹਨੂੰ ਲੋਕਾਂ ਨੇ ਨਕਾਰ ਦਿੱਤਾ, ਉਹਨੂੰ ਫਿਰ ਸਿਸਟਮ ਜਿਹੜਾ ਤੁਹਾਡਾ ਮੁੱਖ ਸੇਵਾਦਾਰ ਬਣਾ ਦੇ ਕਿ ਵਿੱਤ ਮੰਤਰੀ ਸਭ ਤੋਂ ਵੱਡਾ ਜਿਹੜਾ ਵੱਡੇ ਫੈਸਲੇ ਲੈਣੇ ਨੇ, ਉਹ ਹਾਰੇ ਹੋਏ ਬੰਦੇ ਨੂੰ ਤੁਸੀਂ ਉੱਥੇ ਬਣਾ ਦਿੰਦੇ। ਫਿਰ ਸਾਨੂੰ ਵੋਟਾਂ ਪਾਉਣ ਦਾ ਫਾਇਦਾ ਕੀ? ਤੁਸੀਂ ਬੰਦਿਆਂ ਨੇ ਜਿਹਨਾਂ ਨੇ ਲਾਈਨਾਂ 'ਚ ਲੱਗ ਕੇ 6-6 ਮਹੀਨੇ ਤਿਆਰੀਆਂ ਹੁੰਦੀਆਂ ਨੇ, ਰੈਲੀਆਂ ਹੁੰਦੀਆਂ ਨੇ, ਟਰਾਲੀਆਂ ਭਰ ਕੇ ਪਿੰਡਾਂ 'ਚੋਂ ਜਾਂਦੀਆਂ ਨੇ, ਸਰਪੰਚਾਂ ਨੂੰ ਹੁਕਮ ਹੋਏ ਹੁੰਦੇ ਨੇ ਕਿ ਟਰਾਲੀਆਂ ਭਰ ਕੇ ਜਾਣੀਆਂ, ਤੇ ਉੱਥੇ ਰੈਲੀਆਂ ਹੁੰਦੀਆਂ। ਇੰਨੇ ਖਰਚੇ ਹੋਣ ਦੇ ਬਾਵਜੂਦ ਜੇ ਲੋਕਾਂ ਨੇ ਨਕਾਰ ਦਿੱਤਾ ਤੇ ਉਹ ਫਿਰ ਵੀ ਤੁਹਾਡਾ ਹੈਗਾ। ਇਹ ਸੰਵਿਧਾਨ ਕੋਈ ਵੀ ਇਹਦੇ ਤੇ ਕਿਸੇ ਤਰ੍ਹਾਂ ਦੀ ਜੋ ਕਹਿ ਲਈ ਕਿ ਅਮੈਂਡਮੈਂਟ ਦੀ ਕੋਈ ਬਿੱਲ ਨਹੀਂ ਪਾਸ ਕਰ ਸਕਦੀ, ਕੋਈ ਸਰਕਾਰ ਨਹੀਂ ਪਾਸ ਕਰੇਗੀ ਕਿ ਆਕਾਂ ਅਸੀਂ ਨਾ ਰੌਲਾ ਪਾਉਣਾ, ਬੋਲਣਾ ਹੀ ਨਹੀਂ। ਉਹ ਕਹਿੰਦੇ ਕਿ ਕੱਲ੍ਹ ਨੂੰ ਸਾਡੀ ਵਾਰੀ ਵੀ ਤੇ ਆਉਣੀ ਆ। ਇਹ ਜਿਹੜੀ ਲੋਕਤੰਤਰ ਦੇ ਨਾਲ ਉੱਤੇ ਨਵੀਆਂ ਪਾਰਟੀਆਂ ਦਾ ਗਠਨ ਹੁੰਦਾ, ਇਹਨਾਂ ਚੀਜ਼ਾਂ ਦੇ ਉੱਤੇ ਕੋਈ ਨਹੀਂ ਆਪਣੇ ਏਜੰਡੇ 'ਚ ਰੱਖਦਾ। ਹੁਣ ਜਿਵੇਂ ਜੇ ਰਾਮ ਮੰਦਿਰ ਦੀ ਗੱਲ ਕਰ ਲਈਏ, ਅਸੀਂ ਇਹ ਨਹੀਂ ਕਹਿੰਦੇ ਕਿ ਉੱਥੇ ਰਾਮ ਮੰਦਿਰ ਸੀ ਜਾਂ ਨਹੀਂ ਸੀ, ਹੈ ਨਾ, ਉਹ ਇੱਕ ਵੱਖਰਾ ਮਸਲਾ। ਕੁਝ ਇਤਿਹਾਸਕਾਰਾਂ ਨੇ ਆਪਣੇ ਤੱਤ ਦਿੱਤੇ ਨੇ ਕਿ ਇੱਥੇ ਦੇਖੋ ਕਲਸ਼ ਬਣੇ ਹੋਏ ਨੇ, ਜਿਹੜੇ ਪਿੱਲਰ ਨੇ ਉਹਨਾਂ ਦੇ ਥੱਲੇ ਜਿਹੜਾ ਕਲਸ਼ ਆ ਉਹ ਹਿੰਦੂ ਮੈਥੋਲੋਜੀ ਦੇ ਨਾਲ ਸੰਬੰਧਿਤ ਆ, ਤੇ ਇਹ ਪ੍ਰਮਾਣ ਨੇ ਕਿ ਇਹ ਇੱਥੇ ਰਾਮ ਮੰਦਿਰ ਸੀ। ਚਲੋ ਮੰਦਿਰ ਸੀ ਨਹੀਂ ਸੀ ਉਹ ਗੱਲ ਵੱਖਰੀ ਆ। ਉਹ ਜੇ ਤੁਹਾਨੂੰ ਕਿਸੇ ਤਰੀਕੇ ਤੇ ਕਿਸੇ ਤੇ ਵੀ ਸ਼ੰਕਾ, ਤੁਹਾਡੀ ਆਸਥਾ ਆ, ਸਾਡੇ ਕਾਨੂੰਨ ਕੀ ਚੀਜ਼ ਹੋਈ, ਕਾਨੂੰਨ ਦੇ ਵਿੱਚ ਤੁਸੀਂ ਰਿਟ ਪਾਓ, ਆਪਣੇ ਤੱਥਾਂ ਦੇ ਨਾਲ, ਇਤਿਹਾਸਕਾਰਾਂ ਦੀਆਂ ਨਾਲ ਦਲੀਲਾਂ ਲਾਓ ਕਿ ਇੱਥੇ ਰਾਮ ਮੰਦਿਰ ਬਣਨਾ ਚਾਹੀਦਾ। ਸੁਪਰੀਮ ਕੋਰਟ ਤੁਹਾਨੂੰ ਆਵਾਜ਼ ਮਾਰੇ ਕਿ ਠੀਕ ਆ ਜੀ, ਤੁਹਾਡੀ ਤਰੀਕ ਆ, ਆਓ ਤੁਹਾਡਾ ਫੈਸਲਾ ਕਰ ਦਈਏ ਕਿ ਇੱਥੇ ਰਾਮ ਮੰਦਿਰ ਬਣਨਾ ਜਾਂ ਜੋ ਬਣਨਾ। ਸਰਕਾਰ ਆਰਡਰ ਕਰੇ, ਸਰਕਾਰ ਉੱਥੇ ਮਸ਼ੀਨ ਭੇਜੇ, ਤੋੜਨਾ ਹੈ, ਤੋੜ ਕੇ ਬਣਾਉਣਾ, ਜੋ ਵੀ ਕਰਨਾ ਸਰਕਾਰ ਆਰਡਰ ਦੇ ਦੇਵੇ ਤੇ ਇਹ ਵੀ ਤੁਸੀਂ ਇਹਦਾ ਆਰਡਰ ਹੋ ਗਿਆ, ਤੁਸੀਂ ਤੋੜ ਲਓ ਜਿਹੜੀ ਵੀ ਸੰਸਥਾ ਕਰਨਾ ਚਾਹੁੰਦੇ। ਪਰ ਸਾਡੇ ਜਿਹੜੀ ਬੀਜੇਪੀ ਪਾਰਟੀ ਨੇ ਆਪਣੇ ਏਜੰਡੇ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਰਾਮ ਮੰਦਿਰ ਬਣਾਵਾਂਗੇ, ਜਦੋਂ ਕਿ ਕੋਈ ਵੀ ਗਵਰਨਮੈਂਟ ਦਾ ਕੰਮ ਨਹੀਂ ਹੈ ਧਾਰਮਿਕ ਸਥਾਨ ਬਣਾਉਣਾ। ਬਾਕੀ ਉਹ ਤਾਂ ਆਪਣਾ ਜਿਹੜਾ ਮੈਨੀਫੈਸਟੋ ਦੇ ਵਿੱਚ ਤੇ ਇਹੋ ਜਿਹੀ ਚੀਜ਼ਾਂ ਲਿਖਣਾ ਵੈਸੇ ਹੀ ਮੈਨੀਫੈਸਟੋ ਵਿੱਚ ਲਿਖਣਾ ਜਿਹੜਾ ਉਹ ਗੈਰ ਕਾਨੂੰਨੀ ਹੈ। ਜੇ ਕੋਈ ਕਾਨੂੰਨ, ਜਿਵੇਂ ਆਪਾਂ ਕਹਿੰਦੇ ਨੇ ਆਜ਼ਾਦੀ ਦੀ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਜੇ ਆਜ਼ਾਦ ਹੋ ਕੇ ਜੇ ਅਸੀਂ ਕੁਝ ਨਵਾਂ ਹੀ ਨਹੀਂ ਕੀਤਾ, ਜੇ ਉਹੋ ਹੀ ਸਿਸਟਮ ਅਸੀਂ ਲੈ ਕੇ ਆ ਰਹੇ ਹਾਂ ਪਿੱਛੇ ਵਾਲਾ ਕਿ ਜੋ ਉੱਪਰ ਬੈਠੇ ਬੰਦੇ ਹੁਕਮ ਦੇਣਗੇ ਉਹੋ ਹੀ ਥੱਲੇ ਵਾਲਿਆਂ ਨੇ ਮੰਨਣਾ। ਅੱਜ ਲੋਕਤੰਤਰ ਦਾ ਮਸਲਾ ਤੇ ਇਹੋ ਹੀ ਹੈ ਨਾ ਕਿ ਥੱਲੇ ਵਾਲਿਆਂ ਦੀ ਸ਼ਮੂਲੀਅਤ ਆ, ਉਹਨਾਂ ਨੇ ਤੁਹਾਨੂੰ ਚੁਣ ਕੇ ਭੇਜਿਆ। ਉਹ ਤਾਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਵੀ ਉੱਪਰਲਿਆਂ ਦੀ ਸੁਣ ਰਹੇ ਸੀ, ਉਹ ਵੀ ਉੱਪਰਲਿਆਂ ਦੀ ਪਹਿਲਾਂ ਵੀ ਸੁਣ ਰਹੇ ਸੀ, ਹੁਣ ਵੀ ਉੱਪਰਲਿਆਂ ਦੀ ਸੁਣ ਰਹੇ ਆ। ਪੰਜਾਬ ਦੇ ਯੂਥ ਸੁਣੇ ਆ, ਪੰਜਾਬ ਦੇ ਯੂਥ ਨੂੰ ਕਿਹੋ ਜਿਹੀ ਆਜ਼ਾਦੀ ਮੰਗਦਾ ਹੋਊਗਾ ਤੁਹਾਡੇ ਹਿਸਾਬ ਦੇ ਨਾਲ? ਇੱਕ ਤਾਂ ਸਾਡੀ ਜਨਰੇਸ਼ਨ ਹੈ, ਵੈਸੇ ਪੰਜਾਬੀ ਹੁੰਦੇ ਜਿਹੜੇ ਬਹੁਤ ਐਸੇ ਜੋ ਦੇਖੇ ਜਿਹਨਾਂ ਦੇ ਵਿੱਚ ਜਜ਼ਬਾ ਔਰ ਚੰਗੀ ਗੱਲ ਵੀ ਕਰਦੇ ਨੇ, ਪਰ ਮੋਸਟ ਆਫ ਦ ਜਿਹੜੀ ਸਾਡੀ ਜ਼ਿਆਦਾਤਰ ਯੰਗ ਜਨਰੇਸ਼ਨ ਹੈ, ਮੈਨੂੰ ਲੱਗਦਾ ਉਹਨਾਂ ਨੂੰ ਜੋ ਆਜ਼ਾਦੀ ਚਾਹੀਦੀ ਹੈ ਉਹਨਾਂ ਨੂੰ ਤੇ ਆਜ਼ਾਦੀ ਚਾਹੀਦੀ ਹੈ ਜੀ, ਗੱਡੀਆਂ ਰੱਖਣ ਦੀ, ਬੰਦੂਕਾਂ ਚਲਾਉਣ ਦੀ। ਕਹਿੰਦੇ ਕਿ ਆਪਣਾ ਜਿੱਥੇ ਪਾਬੰਦੀ ਹਥਿਆਰ ਦੀ ਤੇ ਉੱਥੇ ਜੱਟ ਫੈਰ ਕਰਦਾ, ਉੱਥੇ ਆਜ਼ਾਦੀ ਚਾਹੀਦੀ ਆ। ਉਹ ਜਦੋਂ ਤੱਕ ਅਸੀਂ ਇਸ ਆਜ਼ਾਦੀ ਨੂੰ ਲੱਭਣ 'ਚ ਤੁਰੇ ਹੋਏ ਆ, ਤੇ ਅਸਲੀ ਆਜ਼ਾਦੀ ਦਾ ਤੇ ਵਿਜ਼ਨ ਹੀ ਨਹੀਂ ਹੈ ਉਹਨਾਂ ਕੋਲ, ਨਾ ਪੜ੍ਹਾਈ ਲਿਖਾਈ ਦੇ ਨਾਲ ਕੋਈ ਜੁੜਿਆ ਹੋਇਆ, ਨਾ ਉਹਦੇ ਤੇ ਸਰਕਾਰ ਦਾ ਬੜਾ ਵੱਡਾ ਜਿਹੜਾ ਹੈਗਾ। ਇਹਦੇ ਪਿੱਛੇ ਮੈਂ ਇੱਕ ਵਾਰ ਇੱਕ ਪੋਸਟ ਵੀ ਪਾਈ ਸੀ ਔਰ ਉਹ ਕਾਫੀ ਲੋਕਾਂ ਨੇ ਸਾਂਝੀ ਵੀ ਕੀਤੀ ਕਿ ਸਿੱਖਿਆ ਦੇ ਉੱਤੇ ਸਾਨੂੰ ਆਪ ਧਿਆਨ ਦੇਣਾ ਪੈਣਾ।
ਮੈਂ ਇਹ ਲਿਖ ਕੇ, ਮੇਰਾ ਕਹਿਣ ਦਾ ਭਾਵ ਇਹ ਸੀ, ਬਹੁਤੇ ਲੋਕਾਂ ਦਾ ਕੀ ਹੁੰਦਾ ਨਾ, ਜਦੋਂ ਤੁਸੀਂ ਲਿਖ ਕੇ ਕੋਈ ਗੱਲ ਪਾਉਂਦੇ ਆ, ਹਰੇਕ ਬੰਦੇ ਦਾ ਇੱਕ ਆਪਣਾ ਵਿਜ਼ਨ ਹੋ ਜਾਂਦਾ ਕਿ ਇਹ ਧਾਰਮਿਕ ਧਰਮ ਵਿਰੋਧੀ ਇਨਸਾਨ ਆ, ਜਾਂ ਇਹ ਜੇ ਕੋਈ ਗੱਲ ਕਰ ਰਿਹਾ। ਮੈਂ ਉਦਾਹਰਣ ਇਹ ਦਿੱਤੀ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਗੁਰਦੁਆਰੇ, ਮੰਦਿਰ, ਮਸੀਤਾਂ ਬਣਾਉਂਦੇ ਆ। ਅਸੀਂ ਕਹਿੰਦੇ ਹਾਂ ਕਿ ਇੱਥੇ ਆਪਣਾ ਕੋਈ ਕੀਰਤਨ ਦਰਬਾਰ ਕਰਾਉਣਾ, ਵੀ ਇੱਥੇ ਸਾਡੀ 10 ਲੱਖ ਦੀ ਲਾਗਤ ਆਉਣੀ ਆ। ਅਸੀਂ ਕਦੀ ਨਹੀਂ ਉਡੀਕਦੇ ਕਿ ਸਾਨੂੰ ਕੋਈ MLA ਆ ਕੇ ਸਾਨੂੰ ਗ੍ਰਾਂਟ ਦੇਵੇ ਜੀ। ਅਸੀਂ ਪਿੱਛੇ ਨਹੀਂ ਫਿਰਦੇ ਕਿ MLA ਸਾਹਿਬ ਅਸੀਂ ਕੀਰਤਨ ਦਰਬਾਰ ਕਰਾਉਣਾ, ਅਸੀਂ ਗੁਰਦੁਆਰਾ ਸਾਹਿਬ ਬਣਾਉਣਾ, ਇੱਥੇ 1.5 ਕਰੋੜ ਰੁਪਏ ਲੱਗਣਾ ਸਾਡਾ, ਸਾਨੂੰ ਗ੍ਰਾਂਟ ਦਿਓ। ਅਸੀਂ ਖੁਦ ਸੋਚਦੇ ਹਾਂ ਵੀ ਸਾਡੀ ਇਹ ਲੋੜ ਆ, ਅਸੀਂ ਆਪੋ 'ਚ ਪੈਸਾ ਇਕੱਠਾ ਕਰਦੇ ਹਾਂ, ਉੱਥੇ ਇਮਾਰਤ ਬਣਾਉਂਦੇ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਗਲਤ ਆ, ਮਤਲਬ ਜਿੱਥੇ ਜੇ ਤੁਹਾਨੂੰ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ, ਤੁਸੀਂ ਅਖੰਡ ਪਾਠ ਸਾਹਿਬ ਕਰਾਉਣਾ, ਤੁਹਾਨੂੰ ਗੁਰੂ ਮਹਾਰਾਜ ਦਾ ਸਰੂਪ ਲੈਣ ਦੂਰ ਜਾਣਾ ਪੈਂਦਾ, ਤੁਹਾਡੀ ਲੋੜ ਆ, ਤੁਸੀਂ ਬਣਾਓ। ਪਰ ਮੈਂ ਉਦਾਹਰਣ ਤੌਰ 'ਤੇ ਇਹ ਗੱਲ ਕੀਤੀ ਸੀ ਕਿ ਜੇ ਅਸੀਂ 1.5 ਕਰੋੜ ਦੀਆਂ ਇਮਾਰਤਾਂ ਬਣਾ ਸਕਦੇ ਹਾਂ, ਅਸੀਂ ਸਕੂਲ ਵੀ ਬਣਾ ਸਕਦੇ ਹਾਂ। ਅਤੇ ਉੱਥੇ ਬੜੇ ਲੋਕ ਜਿਹੜੇ ਹੁੰਦੇ ਨੇ, ਉਹਨਾਂ ਦੀ ਇਹ ਗੱਲਬਾਤ ਹੁੰਦੀ ਹੈ ਕਿ ਇਹ ਜੀ ਸਰਕਾਰ ਦਾ ਕੰਮ ਹੈ। ਮੈਂ ਕਿਹਾ ਜੇ ਤੁਸੀਂ ਸਰਕਾਰ ਦਾ ਕੰਮ ਨਹੀਂ, ਸਰਕਾਰ ਤਾਂ ਚਾਹੁੰਦੀ ਨਹੀਂ ਕਿ ਤੁਸੀਂ ਐਜੂਕੇਸ਼ਨ 'ਤੇ ਧਿਆਨ ਦਿਓ, ਸਰਕਾਰ ਚਾਹੁੰਦੀ ਨਹੀਂ ਤੁਸੀਂ ਐਜੂਕੇਟਡ ਹੋਵੋ। ਜੇ ਤੁਸੀਂ ਐਜੂਕੇਟਡ ਹੋ ਗਏ, ਤੁਸੀਂ ਫੇਸਬੁੱਕ ਤੁਸੀਂ ਲਿਖ ਕੇ ਪਾ ਦਿੰਦੇ ਜੇ ਕਿ 500 ਰੁਪਏ ਦੀ ਬੋਤਲ 'ਤੇ ਵੋਟ ਵਿਕ ਜਾਂਦੀ ਹੈ ਜੀ, ਕੀ ਭੁੱਖ ਹੋਣਾ, ਇਹ ਲਿਖ ਕੇ ਪਾ ਦਿੱਤਾ ਜਾਂਦਾ। ਸਾਡਾ ਤਾਂ ਕੋਈ ਹਾਲ ਨਹੀਂ, ਤੇ ਥੱਲੇ ਉੱਥੇ ਕਮੈਂਟ ਕਰਨ ਵਾਲੇ ਲੋਕ ਕਹਿੰਦੇ ਨੇ ਜੀ ਕਮਾਲ ਹੈ ਜੀ, ਕਮਾਲ ਹੈ ਜੀ, ਬੜਾ ਬੁਰਾ ਹਾਲ ਆ। ਪਰ ਉਹ 500 ਰੁਪਏ ਦੀ ਤੁਸੀਂ ਗੱਲ ਕਰਨ ਜੋਗੇ ਕਿੱਦਾਂ ਹੋ ਗਏ? ਤੁਸੀਂ ਇੱਕ ਚੰਗੇ ਪਰਿਵਾਰ 'ਚ ਪੈਦਾ ਹੋ ਗਏ, ਤੁਹਾਨੂੰ ਪੜ੍ਹਨ ਲਿਖਣ ਦਾ ਮੌਕਾ ਮਿਲ ਗਿਆ, ਤੁਹਾਨੂੰ ਇੰਨੀ ਕੁ ਅਕਲ ਆ ਗਈ, ਬਹੁਤੀ ਤਾਂ ਨਹੀਂ ਆਈ, ਇੰਨੀ ਕੁ ਅਕਲ ਆ ਗਈ ਕਿ 500 ਰੁਪਏ ਦੀ ਵੋਟ ਵਿਕ ਰਹੀ ਆ, ਮਾੜਾ ਹੋ ਰਿਹਾ। ਹੁਣ ਜਿਹੜੇ 500 ਰੁਪਏ ਲੈ ਕੇ ਵੋਟ ਪਾ ਰਹੇ ਨੇ, ਉਹਨਾਂ ਦੀ ਐਜੂਕੇਸ਼ਨ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ, ਨਾ ਗਵਰਨਮੈਂਟ ਨੇ, ਨਾ ਉਹਨਾਂ ਦੇ ਰੁਜ਼ਗਾਰ 'ਤੇ ਕਿਸੇ ਨੇ ਧਿਆਨ ਦਿੱਤਾ। ਕਿ ਜੇ ਅਸੀਂ ਗੁਰਦੁਆਰੇ ਬਣਾ ਸਕਦੇ, ਮੰਦਿਰ ਮਸੀਤਾਂ ਬਣਾ ਸਕਦੇ, ਅਸੀਂ ਸਕੂਲ ਵੀ ਸਾਨੂੰ ਆਪ ਧਿਆਨ ਦੇਣਾ ਪੈਣਾ, ਸਰਕਾਰ ਨੇ ਨਹੀਂ ਧਿਆਨ ਦੇਣਾ। ਇਹ ਗੱਲ ਨੂੰ ਸਾਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਕਿ ਤੁਸੀਂ ਜਿੰਨੀ ਵਾਰੀ ਮਰਜ਼ੀ ਕਰੋ, ਜਿਹੜਾ ਸਿੱਖਿਆ ਮੰਤਰੀ ਆ, ਜਿਹੜਾ ਟਰਾਂਸਪੋਰਟ ਮੰਤਰੀ ਆ, ਤੁਸੀਂ ਪ੍ਰਾਈਵੇਟ ਡਾਕਟਰ ਹੋ, ਤੁਸੀਂ ਆਪਣਾ ਪ੍ਰਾਈਵੇਟ ਕਲੀਨਿਕ ਨਹੀਂ ਖੋਲ੍ਹ ਸਕਦੇ। ਤੇ ਪਰ ਜੇ ਤੁਸੀਂ ਸਰਕਾਰੀ ਮੰਤਰੀ ਹੋ, ਤੁਸੀਂ ਆਪਣੀ ਪ੍ਰਾਈਵੇਟ ਟਰਾਂਸਪੋਰਟ ਚਲਾ ਦਿਓ। ਤੁਸੀਂ ਉਹਨੂੰ ਮੰਗ ਰੱਖੋਗੇ ਵੀ ਸਰਕਾਰੀ ਬੱਸਾਂ ਦੀ ਹਾਲਤ ਸੁਧਾਰੋ। ਐਸਾ ਕਿਹੜਾ ਬਿਜ਼ਨਸਮੈਨ ਹੈ ਕਿ ਉਹ ਸਰਕਾਰੀ ਬੱਸਾਂ ਦੀ ਹਾਲਤ ਵੀ ਖੁਦ ਸੁਧਾਰੇ ਤੇ ਆਪਣੇ ਪ੍ਰਾਈਵੇਟ ਟਰਾਂਸਪੋਰਟ ਨੂੰ ਘਾਟਾ ਪਾ ਲੇ? ਸਰਕਾਰੀ ਸਕੂਲਾਂ ਦੀ ਹਾਲਤ ਵੀ ਖੁਦ ਸੁਧਾਰੇ ਤੇ ਆਪਣੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਚੇਨ ਚੱਲਦੀ ਆਉਂਦੀ ਆ, ਚੇਨ ਚੱਲਦੀਆਂ ਨੇ ਕਿ ਇਹ ਸਕੂਲ ਦੀ ਚੇਨ ਚੱਲਦੀ ਪਈ ਆ ਜੀ, ਤੇ ਉਹ ਹਸਪਤਾਲਾਂ ਦੀ ਚੇਨ ਚੱਲਦੀ ਪਈ ਆ, ਉਹ ਹਸਪਤਾਲਾਂ ਦੇ ਕਿਉਂ ਸੁਧਾਰ ਕਰ ਲਏ? ਸੋ ਜਿਹੜਾ ਆਪਾਂ ਕਰ ਸਕਦੇ ਹਾਂ ਸਿੱਖਿਆ ਦੇ ਕੰਮ, ਮੈਂ ਸਮਝਦਾ ਕੋਈ ਪੜ੍ਹਿਆ ਲਿਖਿਆ ਸਰਪੰਚ ਜੇ ਕੋਈ ਸੁਣਦਾ ਹੋਵੇ, ਜੇ ਕਿਸੇ 4000 ਵੋਟ ਹੈ ਕਿਸੇ ਪਿੰਡ ਦੀ, 100 ਰੁਪਈਆ ਜੇ ਆਪਾਂ ਪਾਉਂਦੇ ਆ ਤੇ 4 ਲੱਖ ਰੁਪਇਆ ਮਹੀਨੇ ਦਾ ਬਣਦਾ, ਤੇ 12 ਮਹੀਨੇ ਦਾ ਬਣਦਾ 48 ਲੱਖ ਰੁਪਇਆ, ਤੇ ਜੇ ਆਪਾਂ 5 ਸਾਲਾਂ ਦਾ ਗਿਣੀਏ ਤੇ 2 ਕਰੋੜ 40 ਲੱਖ ਰੁਪਇਆ ਬਣਦਾ। ਸਿਰਫ 100 ਰੁਪਇਆ ਮਹੀਨੇ ਦਾ ਇੱਕ ਬੰਦਾ ਦੇਵੇ। ਤੇ ਜਿਹੜੇ ਚੰਗੇ ਪਰਿਵਾਰ ਨੇ ਉਹ ਸੇਵਾ ਕਰਾਉਣ ਵੇਲੇ ਤੇ ਆਪਾਂ ਫਿਰ ਮੈਂ ਇਹਨੂੰ ਇਸ ਤਰੀਕੇ ਨਾਲ ਲਿਆ ਜਾਵੇ ਕਿ ਮੈਂ ਕੋਈ ਅਧਾਰਮਿਕ ਵਿਅਕਤੀ ਹਾਂ। ਮੈਂ ਵਾਰ-ਵਾਰ ਇਹ ਕਹਿਣਾ ਚਾਹੁੰਦਾ ਕਿਉਂਕਿ ਮੈਂ ਖੁਦ ਅਧਿਆਤਮਿਕ ਇਨਸਾਨ ਆ, ਮੈਨੂੰ ਧਰਮ ਤੇ ਕਿਸੇ ਤਰ੍ਹਾਂ ਦਾ ਸ਼ੰਕਾ ਨਹੀਂ ਹੈ, ਕਿਸੇ ਤਰ੍ਹਾਂ ਦਾ ਇਹ ਨਹੀਂ ਹੈ, ਕਿਉਂਕਿ ਬਹੁਤੀ ਵਾਰ ਇਹ ਲਿਆ ਜਾਂਦਾ ਹੈ ਕਿ ਇਹ ਬੰਦਾ ਗੁਰਦੁਆਰਿਆਂ ਦੇ ਸਿੱਖ ਵਿਰੋਧੀ ਆ। ਜੇ ਕੋਈ ਬੰਦਾ ਮੰਦਿਰ ਦੀ ਗੱਲ ਕਰ ਦਿੰਦਾ, ਉਹ ਕਹਿੰਦਾ ਜੀ ਇਹ ਹਿੰਦੂ ਵਿਰੋਧੀ ਆ, ਮਤਲਬ ਧਰਮ ਵਿਰੋਧੀ ਨੇ। ਕਹਿਣ ਤੋਂ ਭਾਵ ਇਹ ਹੈ ਕਿ 2.5 ਕਰੋੜ ਰੁਪਈਆ ਅਸੀਂ 100 ਰੁਪਈਆ ਪਰ ਪਰਸਨ ਲੈ ਕੇ ਅਸੀਂ ਇਕੱਠਾ ਕਰ ਸਕਦੇ। 5 ਸਾਲਾਂ 'ਚ 2.5 ਕਰੋੜ ਰੁਪਇਆ ਪਿੰਡ ਤੇ ਲੱਗਦਾ, ਪਿੰਡ ਦਾ ਨਕਸ਼ਾ ਬਦਲ ਸਕਦਾ। ਜੇ ਕੋਈ ਚੰਗੇ ਪਰਿਵਾਰ ਆ 500 ਵੀ ਦੇ ਸਕਦੇ ਆ। ਤੁਸੀਂ ਛੱਡੋ ਕੁਝ ਗਰੀਬ ਪਰਿਵਾਰ ਆ ਨਹੀਂ ਵੀ ਦੇਣ ਵਾਲੇ ਹੁੰਦੇ, 2 ਕਰੋੜ ਹੀ ਲਾ ਲਓ, ਕੁਝ ਵੱਧ ਦੇਣ ਵਾਲੇ ਕੁਝ ਘੱਟ ਦੇਣ ਵਾਲੇ। 2 ਕਰੋੜ ਰੁਪਇਆ 5 ਸਾਲਾਂ ਦਾ ਕਿਸੇ ਸਰਕਾਰੀ ਮਦਦ ਤੋਂ ਬਿਨਾਂ ਤੁਸੀਂ ਆਪਣੇ ਪਿੰਡ ਤੇ ਲਾ ਲਓ, ਆਪਣੀ ਐਜੂਕੇਸ਼ਨ ਸੁਧਾਰ ਲਓ। ਤੁਸੀਂ ਦਾਅਵੇ ਨਾਲ ਇਹ ਕਹੋ ਕਿ ਹਾਂ ਸਾਡਾ ਸਕੂਲ ਆ ਜਿਹੜਾ ਉੱਥੇ ਟੀਚਰ ਪੂਰੇ ਨੇ। ਕਿਸੇ ਸਾਡੇ ਪਿੰਡ ਦੇ ਕਿਸੇ ਬੱਚੇ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਸਕੂਲ 'ਚ ਜਾ ਕੇ ਵੱਡੀਆਂ ਫੀਸਾਂ ਦੇਣ ਦੀ ਲੋੜ ਨਹੀਂ। ਅਸੀਂ ਘੱਟੋ ਘੱਟ 10ਵੀਂ ਦੀ ਜਿਹੜੀ ਆ ਉਹ ਸਿੱਖਿਆ ਆ ਉਹਨੂੰ ਯਕੀਨੀ ਬਣਾਉਂਦੇ ਆ। ਅਸੀਂ ਇੱਥੇ ਜਿਹੜੇ ਮਾਸਟਰ ਲਾਵਾਂਗੇ, ਜੇ ਸਰਕਾਰ ਨਹੀਂ ਲਾ ਰਹੀ ਅਸੀਂ ਲਾਉਂਦੇ ਆ। ਸਾਥੀ ਆਪਾਂ ਆਜ਼ਾਦੀ ਦੇ ਮਸਲੇ ਦੇ ਵੈਸੇ ਤੁਸੀਂ ਉਹੀ ਗੱਲ ਕਰ ਰਹੇ ਹੋ, ਮਤਲਬ ਇਹ ਜਿਹੜੀ ਆਜ਼ਾਦੀ ਹੈ ਨਾ, ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਗਵਰਨਮੈਂਟ ਤੋਂ ਮਿਲਣੀਆਂ ਚਾਹੀਦੀਆਂ ਸੀ। ਮੈਂ ਜਿਵੇਂ ਗੱਲ ਆਜ਼ਾਦੀ ਦੀ ਗੱਲ ਕਰ ਰਿਹਾ ਨਾ, ਆਜ਼ਾਦ ਹੋ ਕੇ ਇਹ ਚੀਜ਼ਾਂ ਸਗੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਦੱਸਦੇ, ਤੁਸੀਂ ਵੀ ਬਜ਼ੁਰਗਾਂ ਕੋਲ ਬਹਿੰਦੇ ਹੋ, ਤੁਹਾਨੂੰ ਪਤਾ ਹੋਏਗਾ, ਉਹ ਕਹਿੰਦੇ ਕਿ ਗੋਰਿਆਂ ਦਾ ਰਾਜ ਸਾਡੇ ਤੋਂ ਵਧੀਆ ਸੀ। ਉਹ ਕਹਿੰਦੇ ਕਿ ਉਸ ਵੇਲੇ ਜੇ ਕਿਸੇ ਜਾਈਦਾ ਸੀਗਾ ਤੇ ਉਸੇ ਵੇਲੇ ਫੈਸਲਾ ਹੋ ਜਾਂਦਾ ਸੀ। ਇਹ ਨਹੀਂ ਸੀ ਕਿ ਮਤਲਬ ਕਿ ਜਿਹੜਾ ਗੁਨਾਹਗਾਰ ਆ ਉਹਦਾ ਫੈਸਲਾ, ਇਹਨੂੰ ਉਸੇ ਵੇਲੇ ਸਜ਼ਾ ਦਿਓ। ਉਹ ਹੁੰਦੇ ਸੀ ਕੰਮ, ਚੰਗੇ ਕੰਮ ਵੀ ਹੁੰਦੇ ਸੀਗੇ, ਮਾੜੇ ਵੀ ਹੁੰਦੇ ਸੀ। ਦੇਖੋ ਜਿੱਦਾਂ ਆਜ਼ਾਦੀ ਦੀ ਗੱਲ ਕਰੀਏ, ਬੜੇ ਸਿਆਣੇ ਲੋਕਾਂ ਦਾ ਇਹ ਵੀ ਵਿਜ਼ਨ ਰਿਹਾ ਕਿ ਹਿੰਦੁਸਤਾਨ ਨੂੰ ਡੋਮੇਨੀਅਨ ਸਟੇਟਾਂ ਲੈ ਲੈਣੀ ਚਾਹੀਦੀ ਸੀ, ਡੋਮੇਨੀਅਨ ਸਟੇਟ ਬਣ ਜਾਣਾ ਚਾਹੀਦਾ ਸੀ, ਜਿਵੇਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਅੱਜ ਵੀ।
ਤੇ 50 ਗੁਣਾ ਮਤਲਬ ਕਹਿ ਲਓ ਕਿ $50 ਸੌਰੀ ਕਹਿਣ ਤੋਂ ਭਾਵ ਆ ਕਿ 1 ਰੁਪਿਆ ਜਿਹੜਾ $1 ਆ ਉਹਦਾ, ਉਹ 50 ਰੁਪਏ ਬਣਦਾ ਹਿੰਦੁਸਤਾਨ। ਤੇ ਕਿੰਨੀ ਤੇਜ਼ੀ ਦੇ ਨਾਲ ਰੁਪਏ ਦੀ ਕੀਮਤ ਘਟੀ ਆ। ਅੱਜ ਤੋਂ ਕੋਈ 7-8 ਸਾਲ ਪਹਿਲਾਂ 30-31 ਰੁਪਏ ਨਿਊਜ਼ੀਲੈਂਡ ਡਾਲਰ ਦੀ ਕੀਮਤ ਸੀ, ਜਿਹੜੀ ਇਸ ਵੇਲੇ $50 ਹੈ, 50 ਰੁਪਏ ਹੋ ਗਈ ਆ। 20 ਰੁਪਏ ਕੀਮਤ ਵੱਧ ਚੁੱਕੀ ਹੈ ਅੱਜ 7-8 ਸਾਲਾਂ ਦੇ ਵਿੱਚ। ਮੈਨੂੰ ਖੁਦ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲਿਆ, ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ 'ਚ ਡਾਲਰ ਦਾ ਰੇਟ ਕੀ ਸੀ, ਤੇ ਇਸ ਵੇਲੇ 50 ਰੁਪਏ ਕੀਮਤ ਹੋ ਗਈ ਆ। 7-8 ਸਾਲਾਂ ਦੇ ਵਿੱਚ 20 ਰੁਪਏ ਕੀਮਤ ਵੱਧ ਗਈ। ਮਤਲਬ ਰੁਪਏ ਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ, ਵੈਸੇ ਮੁੱਦੇ ਤਾਂ ਬਹੁਤ ਬਣ ਜਾਣਗੇ, ਬਹੁਤ ਲੰਬੀ ਡਿਸਕਸ਼ਨ ਹੋ ਸਕਦੀ ਹੈ, ਬੜਾ ਤੁਸੀਂ ਬਾਅਦ ਦੀਆਂ ਗੱਲਾਂ ਦੱਸ ਕੇ ਰਹੇ ਹੋ, ਪਰ ਅੰਦਰ ਦੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਸਾਰਿਆਂ ਨੂੰ ਦੇਖੀਏ, ਜੋ ਚੀਜ਼ਾਂ ਸਾਡੇ ਸਾਹਮਣੇ ਨੇ ਇਹਨਾਂ ਨੂੰ ਦੇਖੀਏ, ਤੇ ਅਸੀਂ ਕੀ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਸਾਡੀ ਸਭ ਕਾਹਦਾ ਸ਼ੌਂਕ ਹੈ, ਕਾਹਦਾ ਚਾਹ ਹੈ ਕਿ ਇਹ ਵੀ ਏਜੰਡੇ ਦੇ ਅਨੁਸਾਰ ਹੀ ਹੋ ਰਿਹਾ ਸਾਰਾ ਕੁਝ ਵੀ। ਇਹ ਸੈਲੀਬ੍ਰੇਸ਼ਨ ਆ, ਦੇਖੋ ਸੈਲੀਬ੍ਰੇਸ਼ਨ ਉਹ ਹੁੰਦੀ ਹੈ ਜੀ ਜਿਹੜੀ ਤੁਸੀਂ ਖੁਦ ਮਨਾਉਂਦੇ ਆ। ਜੇ ਕੋਈ ਤਿਉਹਾਰ ਆਉਂਦਾ ਹੈ ਨਾ, ਤੁਹਾਨੂੰ ਸਰਕਾਰ ਨਹੀਂ ਉੱਪਰੋਂ ਆਰਡਰ ਕਰਦੀ ਕਿ ਤੁਸੀਂ ਇੱਥੇ ਪ੍ਰੋਗਰਾਮ ਕਰਨਾ। ਹੁਣ ਅੱਜ ਆਜ਼ਾਦੀ ਦੇ ਮੈਂ ਕਹਿਣਾ ਨਹੀਂ ਚਾਹੂੰਗਾ, ਪਰ ਇਹ ਕਹਿਣੀਆਂ ਗੱਲਾਂ ਬਣਦੀਆਂ ਨੇ ਕਿ ਬਹੁਤੀ ਵਾਰਾਂ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਉੱਪਰੋਂ ਆਰਡਰ ਆਏ ਹੁੰਦੇ ਨੇ ਕਿ ਤੁਸੀਂ ਇੱਥੇ ਪ੍ਰੋਗਰਾਮ ਕਰਨਾ ਜੀ, ਆਪਣੇ ਸਕੂਲ ਦੇ ਬੱਚੇ ਤਿਆਰ ਕਰਾਓ। ਉਹਨਾਂ ਨੂੰ ਚਿੱਠੀਆਂ ਆਉਂਦੀਆਂ ਨੇ ਬਕਾਇਦਾ, ਸਕੂਲ ਦੇ ਬੱਚੇ ਤਿਆਰ ਕਰਾਓ, ਫਲਾਣੀ ਜਗ੍ਹਾ ਤਿਆਰ ਕਰਵਾ ਕੇ ਦੇਸ਼ ਭਗਤੀ ਦੇ ਗਾਣੇ ਗਾਣੇ ਨੇ। ਤੇ ਜੇ ਸੈਲੀਬ੍ਰੇਸ਼ਨ ਹੋਵੇ ਉਹ ਖੁਦ ਕਰਨ। ਸੈਲੀਬ੍ਰੇਸ਼ਨ ਉਹ ਆ ਕਿ ਖੁਦ ਤੁਹਾਨੂੰ ਚਾਅ ਹੋਵੇ ਕਿ ਅਸੀਂ ਬੜਾ ਕੁਝ ਅਸੀਂ ਖੱਟਿਆ। ਪਰ ਮੈਂ ਇਹ ਵੀ ਨਹੀਂ ਕਹਿ ਰਿਹਾ ਫਿਰ ਵਾਰ-ਵਾਰ ਮੈਂ ਕਿ ਨੈਗੇਟਿਵਿਟੀ ਨਾ ਹੋਵੇ ਕਿ ਸਾਡੇ ਅੰਦਰ। ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਕਿ ਅਸੀਂ ਬਹੁਤ ਕੋਈ ਗੁਨਾਹ ਕਰ ਲਿਆ ਅੰਗਰੇਜ਼ਾਂ ਨੂੰ ਇੱਥੋਂ ਤੋੜ ਕੇ, ਹੈ ਨਾ, ਕਿ ਸਾਨੂੰ ਕੁਝ ਵੀ ਨਹੀਂ ਮਿਲਿਆ। ਸਾਨੂੰ ਮੌਕੇ ਮਿਲੇ ਨੇ, ਸਾਡੇ ਕੋਲ ਮੌਕੇ ਹੈ ਨੇ, ਪਰ ਉਹ ਲੋੜ ਹੈ ਉਹਨਾਂ ਮੌਕਿਆਂ ਨੂੰ ਪਛਾਣਨ ਦੀ, ਕਿ ਤਾਂ ਕਿ ਅਸੀਂ ਆਪਣੇ ਆਪ ਨੂੰ ਉਸ ਤਰੀਕੇ ਨਾਲ, ਸਹੀ ਤਰੀਕੇ ਨਾਲ ਡਿਵੈਲਪ ਕਰ ਸਕੀਏ ਜਿਸ ਤਰੀਕੇ ਨਾਲ ਸਾਨੂੰ ਹੋਣਾ ਚਾਹੀਦਾ। ਕਿ ਹਿੰਦੁਸਤਾਨ ਉਸ ਵੇਲੇ ਵੀ ਸੋਨੇ ਦੀ ਚਿੜੀ ਸੀ, ਅੱਜ ਵੀ ਸੋਨੇ ਦੀ ਚਿੜੀ ਹੈ। ਜਿਹੜੇ ਤੁਸੀਂ ਦੁਬਈ ਦੀ ਗੱਲ ਵੇਖੋ, ਦੁਬਈ ਕੀ ਹੈ, ਉੱਥੇ ਰੇਤ ਹੈ, ਤੁਹਾਡੇ ਲੇਬਰ ਜਾਂਦੀ ਹੈ ਇੱਥੋਂ, ਤੁਹਾਡਾ ਹੀ ਖਾਣਾ ਪਾਣੀ ਜਾਂਦਾ, ਤੁਹਾਨੂੰ ਉੱਥੇ ਵਰਤਿਆ ਜਾਂਦਾ, ਤੁਹਾਡਾ ਇੱਥੋਂ ਖਾਣਾ ਪਾਣੀ ਲੈ ਕੇ ਪ੍ਰੋਫਿਟ ਲੈ ਕੇ ਤੁਹਾਨੂੰ ਵੇਚਿਆ ਜਾਂਦਾ ਕਿ ਤੁਸੀਂ ਰੋਟੀ ਪਾਣੀ ਜਿਹੜਾ ਤੁਹਾਡੇ ਦੇਸ਼ 'ਚੋਂ ਗਿਆ ਉਹ ਪ੍ਰੋਫਿਟ ਲੈ ਕੇ ਤੁਹਾਨੂੰ ਵੇਚ ਕੇ, ਤੇ ਉਹ ਕੰਮ ਉਹ ਆਪਣਾ ਕਰਵਾ ਰਹੇ ਨੇ। ਤੇ ਅਸੀਂ ਇੱਥੇ, ਸਾਡਾ ਮੁਲਕ ਉਸ ਵੇਲੇ ਵੀ ਸੋਨੇ ਦੀ ਚਿੜੀ ਸੀ, ਅੱਜ ਵੀ ਹੈ। ਕਿਵੇਂ ਹੈ ਕਿ ਸਾਡੇ ਕੋਲ ਜ਼ਮੀਨਾਂ ਵੀ ਖੁੱਲੀਆਂ ਨੇ, ਸਾਡੇ ਕੋਲ ਬਾਰਿਸ਼ਾਂ ਹੁੰਦੀਆਂ ਨੇ, ਸਾਡੇ ਕੋਲ ਨਹਿਰੀ ਸਿੰਚਾਈ ਹੈ, ਸਾਡੇ ਕੋਲ ਇੱਥੇ ਬਰਫ਼ ਵਾਲੇ ਇਲਾਕੇ ਵੀ ਹੈ ਨੇ, ਸਾਡੇ ਕੋਲ ਪਹਾੜ ਵੀ ਨੇ, ਝਰਨੇ ਵੀ ਨੇ, ਉਪਜਾਊ ਜ਼ਮੀਨ ਹੈ। ਤੁਸੀਂ ਦੇਖੋ ਜਿਹੜੇ ਯੂਰਪੀਅਨ ਦੇਸ਼ ਨੇ ਜਿਨ੍ਹਾਂ 'ਤੇ 6-6 ਮਹੀਨੇ ਬਰਫ਼ ਜੰਮੀ ਰਹਿੰਦੀ ਹੈ, ਉਹ ਦੇਸ਼ਾਂ ਦੀ ਕਰੰਸੀ ਸਾਡੇ ਤੋਂ ਦੁਗਣੀ ਤਿਗਣੀ 10 ਗੁਣਾ 20 ਗੁਣਾ ਕਿਵੇਂ ਹੋ ਗਈ? ਇਹ ਦੱਸਦੇ ਨੇ, ਇਹ ਗੱਲ ਸਬੂਤ ਦਿੰਦੀ ਹੈ ਕਿ ਅਸੀਂ ਗੁਲਾਮ ਹੈ ਅੱਜ ਵੀ। ਇਹ ਗੱਲ ਅਸੀਂ ਆਰਥਿਕ ਤੌਰ ਤੇ ਗੁਲਾਮ ਹੈ ਅੱਜ ਵੀ। ਹਾਂ, ਇਹ ਗੱਲ ਬੜੀ ਸਿਆਣੀ ਗੱਲ ਮੈਨੂੰ ਲੱਗੀ ਵੀ ਜੇ ਅਸੀਂ ਆਜ਼ਾਦੀ ਬਿਲਕੁਲ ਨਕਾਰ ਦਈਏ ਵੀ ਅੰਗਰੇਜ਼ਾਂ ਦਾ ਜਾਣਾ ਮਤਲਬ ਬਹੁਤ ਹੀ ਜ਼ਿਆਦਾ ਨੁਕਸਾਨ ਦੇ ਇਹ ਗੱਲ ਸਾਨੂੰ ਮੌਕੇ ਮਿਲੇ। ਬਿਲਕੁਲ ਸਾਨੂੰ ਬਹੁਤ ਕੁਛ ਅਸੀਂ ਆਪਣੇ ਨਸਲੇ ਵੀ ਲੈ ਸਕਦੇ, ਪਰ ਗੱਲ ਇਹ ਵੀ ਅਸੀਂ ਉਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਕਹਿੰਦੇ ਨੇ ਨਾ ਜੇ ਬਗਾਨਾ ਟੁੱਟੇ ਜੀ ਤਾਂ ਫਿਰ ਦੁੱਖ ਘੱਟ ਹੁੰਦਾ ਚੱਲੇ, ਤਾਂ ਬਗਾਨਾ ਸੀ। ਹਾਂਜੀ, ਬਗਾਨੇ ਟੁੱਟਦੇ ਦੁੱਖ ਘੱਟ ਹੁੰਦੇ, ਹੁਣ ਤਾਂ ਆਪਦੇ ਟੁੱਟਦੇ ਸਨ। ਦੇਖੋ ਅੰਗਰੇਜ਼ਾਂ ਦੇ ਜਿਹੜੀ ਜਾਣ ਦੀ ਗੱਲ ਹੈ ਨਾ, ਜੇ ਗਏ ਨੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਅੰਗਰੇਜ਼ ਚਲੇ ਗਏ ਨੇ, ਤੇ ਉਸ ਵੇਲੇ ਜਿਹੜੇ ਜਾਗੀਰਦਾਰ ਕਿਸਮ ਦੇ ਲੋਕ ਸਨ ਉਹ ਅਫਸਰਾਂ ਦੇ ਕੋਲ ਨੇੜੇ ਹੁੰਦੇ ਸਨ ਤੇ ਅਹੁਦੇ ਲੈਂਦੇ ਸਨ। ਉਹ ਚਲੋ ਅੱਜ ਵੀ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਆਪਣਾ ਕੋਈ ਨਾ ਕੋਈ ਵਸੀਲਾ ਬਣਾ ਲੈਣਾ ਹੁੰਦਾ, ਪਰ ਜਿਹੜੀ ਆਜ਼ਾਦੀ ਮਿਲੀ ਆ ਉਹਦੇ 'ਚ ਇਹ ਹੈ ਕਿ ਤੁਸੀਂ ਪੜ੍ਹੇ ਲਿਖੇ ਲੋਕ, ਕੋਈ ਵੀ ਹੈਗਾ ਉਹ ਪਿੰਡ ਦਾ ਅੱਜ ਖਲੋ ਨਹੀਂ ਰਹੇ। ਚਾਹਵੇ ਤਾਂ ਕੋਈ ਸਰਪੰਚ ਖਲੋ ਸਕਦਾ ਹੈ, ਕੋਈ ਮੈਂਬਰ ਖਲੋ ਸਕਦਾ ਹੈ, ਕੋਈ ਚਾਹਵੇ ਤਾਂ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਰਾਜਨੀਤੀ ਦੇ ਵਿੱਚ ਭਾਗ ਲੈ ਸਕਦਾ, ਤੇ ਉਹਨੂੰ ਚਾਹੀਦਾ ਵੀ ਹੈ ਕਿ ਉਹ ਭਾਗ ਲਵੇ। ਪਰ ਉਹ ਜਿਹੜੀ ਬੜੀ ਸਾਡੀ ਵੱਡੀ ਕਮਜ਼ੋਰੀ ਹੈ ਕਿ ਜਿਹੜੇ ਪੜ੍ਹਿਆ ਲਿਖਾ ਯੂਥ ਆ ਉਹ ਸਿਆਸਤ ਦੇ ਵਿੱਚ ਇੰਟਰਸਟਡ ਨਹੀਂ ਹੈ। ਤੁਸੀਂ ਆਮ ਦੇਖਿਓ, ਹੁਣ ਤਾਂ ਅੱਜ ਕੱਲ੍ਹ ਫੇਸਬੁੱਕ ਦਾ ਜ਼ਮਾਨਾ ਹੈ, ਬਹੁਤਿਆਂ ਲੋਕਾਂ ਨੇ ਲਿਖਿਆ ਹੁੰਦਾ ਕਿ ਪੋਲੀਟੀਕਲ ਵਿਊ ਨੋਟ ਇੰਟਰਸਟਡ। ਕਿਉਂ ਇੰਟਰਸਟਡ? ਤੁਸੀਂ ਜਦੋਂ ਤੁਹਾਨੂੰ ਰਾਜਨੀਤੀ ਪ੍ਰਭਾਵਿਤ ਕਰ ਰਹੀ ਆ, ਤੁਸੀਂ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੇ ਨੇ, ਇਹ ਹੁੰਦਾ ਹੀ ਰਹਿਣਾ ਆ, ਇਹਨੂੰ ਤੁਸੀਂ ਟਾਲ ਨਹੀਂ ਸਕਦੇ, ਇਹ ਤੋਂ ਭੱਜ ਨਹੀਂ ਸਕਦੇ। ਜੇ ਤੁਸੀਂ ਨੋਟ ਇੰਟਰਸਟਡ ਕਹਿ ਕੇ ਤੁਸੀਂ ਕੀ ਕਹਿਣਾ ਚਾਹੁੰਦੇ, ਜੇ ਤੁਸੀਂ ਕਿ ਵੋਟ ਨਹੀਂ ਪਾਉਣ ਜਾਓਗੇ ਵੱਧ ਤੋਂ ਵੱਧ, ਨੋਟ ਇੰਟਰਸਟਡ ਹੈ, ਪਰ ਕੱਲ ਤੁਸੀਂ ਕੰਪਲੇਂਟ ਕਦੋਂ ਕਰਦੇ ਹੋ? ਤੁਸੀਂ ਨੌਜਵਾਨ ਨਹੀਂ ਇੰਟਰਸਟਡ ਨਹੀਂ ਹੈਗੇ, ਕੌਣ? ਤੁਸੀਂ ਪੋਲੀਟੀਕਲ ਇੰਟਰਸਟਡ ਹੋਵੋ, ਤੁਸੀਂ ਆਪਣਾ ਪੱਖ ਰੱਖੋ। ਜੇ ਪੜ੍ਹੇ ਲਿਖੇ, ਜੇ ਹੁਣ ਸਾਡੇ ਮੰਤਰੀ ਬਣੇ ਹੋਏ ਨੇ ਅਨਪੜ੍ਹ ਕਿਸਮ ਦੇ ਲੋਕ, ਉਹ ਕਹਿ ਰਹੇ ਨੇ ਕਰੋਨਾ ਦੀ, ਐਸੇ ਮੰਤਰੀ ਜਿਹੜੇ ਨੇ ਉਹ ਆਰਡਰ ਦੇ ਰਹੇ ਨੇ ਤੁਹਾਨੂੰ। ਆ ਹੁਣ ਇੱਕ ਕੱਲ ਬਿਆਨ ਆਇਆ, ਇੱਕ ਸੁਖਬੀਰ ਸਿੰਘ ਜਿਹੜੇ ਜੈਪੁਰੀਆ ਨੇ, ਸੁਖਬੀਰ ਸਿੰਘ ਜੈਪੁਰੀਆ, ਸੌਰੀ ਉਹਨਾਂ ਦਾ ਨਾਮ ਆ,
ਭਾਜਪਾਈ ਉਹ ਲੀਡਰ ਨੇ, ਉਹਨਾਂ ਨੇ ਕਿਹਾ ਕਿ ਚਿੱਕੜ ਦੇ ਵਿੱਚ ਬੈਠ ਕੇ ਸ਼ੰਖ ਵਜਾਉਣ ਦੇ ਨਾਲ ਕਰੋਨਾ ਭੱਜ ਜਾਏ। ਉਹ ਤਾਂ ਬਹੁਤ ਕੁਝ ਕਹਿੰਦੇ ਨੇ ਜੀ, ਭਾਜਪਾ ਦੇ ਮਤਲਬ ਲੀਡਰ ਤੇ ਕੀ ਗੱਲ ਕਰੇ। ਜੇ ਇਹੋ ਜਿਹੇ ਲੀਡਰਾਂ ਦੇ ਅਸੀਂ ਖਿੱਚ ਆਉਂਦੀ ਆ ਸਾਨੂੰ, ਅਸੀਂ ਹੱਸਦੇ ਹਾਂ, ਪਰ ਅਸੀਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਸਿਆਸਤ 'ਚ ਆਉਣਾ ਵੀ ਨਹੀਂ ਚਾਹੁੰਦੇ। ਜੇ ਤੁਸੀਂ ਆਪ ਨਹੀਂ ਆਉਣਾ ਚਾਹੁੰਦੇ, ਤੁਸੀਂ ਬੈਠੇ ਕਹੀ ਜਾਓਗੇ ਕਿ ਅਨਪੜ੍ਹ ਆ ਗਏ, ਅਨਪੜ੍ਹ ਆ ਗਏ। ਹਾਂ, ਇਹ ਜਿੱਦਾਂ ਭਗਤ ਸਿੰਘ ਉਹਨਾਂ ਨੂੰ ਅਸੀਂ ਆਈਡਲਾਈਜ਼ ਕਰੀ ਜਾਂਦੇ ਹਾਂ, ਤੁਸੀਂ ਬੋਲਣ ਲੱਗਿਆ ਤੁਸੀਂ ਕਹਿੰਦੇ ਵੀ ਕਿਸੇ ਪਾਰਟੀ ਦੇ ਵਿਰੁੱਧ ਨਾ ਸਾਡੇ ਕੋਲੋਂ ਬੋਲਿਆ ਜਾਵੇ, ਕਿਸੇ ਲੀਡਰ ਦੇ ਵਿਰੁੱਧ ਨਾ ਬੋਲਿਆ ਜਾਵੇ, ਸਾਡੇ ਤੇ ਕੋਈ ਪਰਚਾ ਨਾ ਹੋ ਜੇ। ਜੇ ਇੰਝ ਹੀ ਡਰਦੇ ਤੇ ਭਗਤ ਸਿੰਘ ਹੋਰ ਵੀ ਬੈਠ ਜਾਂਦੇ ਕਿ ਭਗਤ ਸਿੰਘ ਉਹਨਾਂ ਨੂੰ ਆਈਡਲਾਈਜ਼ ਕਰਦੇ ਆ। ਉਹਨਾਂ ਦੀਆਂ ਟੀ-ਸ਼ਰਟਾਂ ਪਾ ਲੈਂਦੇ ਹਾਂ ਅਸੀਂ, ਭਗਤ ਸਿੰਘ ਦੀਆਂ, ਚੀ ਗੁਵੇਰਾ ਦੀਆਂ, ਅਸੀਂ ਬੌਬ ਮਾਰਲੇ ਦੀਆਂ ਟੀ-ਸ਼ਰਟਾਂ ਪਾ ਲੈਂਦੇ ਹਾਂ। ਸਾਨੂੰ ਪਤਾ ਹੀ ਨਹੀਂ ਕਿ ਉਹ ਬੰਦਾ ਹੈ ਕੌਣ ਆ, ਉਹਨਾਂ ਨੇ ਕੀਤਾ ਕੀ ਆ। ਸੋ ਜਿਹੜੀ ਆਜ਼ਾਦੀ ਨਾਲ ਸੰਬੰਧਿਤ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ ਹਾਂ, ਇੱਕ ਆਖਰੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਆਜ਼ਾਦੀ ਦਿਵਸ ਜਿਹੜਾ ਹੁੰਦਾ, ਜਦੋਂ ਦਿਹਾੜਾ ਹੁੰਦਾ, ਸਾਡੇ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਕਿਸੇ ਇੱਕ ਪਾਸੇ ਸੈਲੀਬ੍ਰੇਸ਼ਨ ਹੁੰਦੀ ਹੈ, ਇੱਕ ਪਾਸੇ ਐਂ ਲੱਗਦਾ ਜਿਵੇਂ ਦਿਲ ਦੇ ਉੱਤੋਂ ਦੀ ਕੁਛ ਪੱਥਰ ਲੱਗ ਰਹੇ ਹੋਣ ਨਾ, ਕੁਛ ਕਿਉਂਕਿ ਦਿਹਾੜੇ ਯਾਦ ਹੁੰਦੇ, ਸਾਨੂੰ ਦਾਦੇ ਪੜਦਾਦੇ ਵਿਛੜੇ ਯਾਦ ਹੁੰਦੇ ਨੇ। ਪਰ ਇਸੇ ਦੇ ਦੌਰਾਨ ਇਸੇ ਚਾਹੇ ਤੁਹਾਨੂੰ ਕਿਸੇ ਨਾਲ ਮਤਲਬ ਬਹੁਤ ਜ਼ਿਆਦਾ ਨਫ਼ਰਤ ਹੋ ਗਈ, ਚਾਹੇ ਕਿਸੇ ਦਾ ਵੀ ਹੋਵੇ ਹੈ ਨਾ, ਤਿਰੰਗੇ ਦੀ ਜਿਹੜੀ ਨੌਜਵਾਨ ਮੁੰਡੇ ਜਾਂ ਕੋਈ ਵੀ ਲੋਕ ਜਿਹੜੇ ਇਹਦਾ ਵਿਰੋਧ ਕਰਨ ਵਾਲੇ ਆ, ਤਿਰੰਗੇ ਦਾ ਅਪਮਾਨ ਕਰ ਦਿੰਦੇ ਆ, ਇੱਕ ਝੰਡੇ ਦਾ, ਭਾਰਤ ਦੇ ਸਾਡੇ ਦਾ ਝੰਡੇ ਦਾ ਅਪਮਾਨ ਕਰ ਦਿੰਦੇ ਆ। ਚਲੋ ਉਹ ਲੋਕ ਨਹੀਂ ਮੰਨਦੇ, ਅਸੀਂ ਨਹੀਂ ਵੀ ਮੰਨਦੇ ਵੀ ਇਹ ਸਾਡਾ ਝੰਡਾ ਹੈ, ਕਿਸੇ ਦਾ ਝੰਡਾ ਚੁਣਗੇ, ਇਹ ਕਹਿੰਦੇ ਝੰਡੇ ਦਾ ਅਪਮਾਨ ਕਰਨਾ ਤੁਹਾਡੇ ਸਾਹਮਣੇ ਸੀ। ਦੇਖੋ ਜੀ, ਜਿਹੜਾ ਵੀ ਝੰਡਾ ਹੈ ਨਾ, ਦੇਖੋ ਕਿਸੇ ਵੀ ਮੁਲਕ ਦਾ ਝੰਡਾ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ। ਜਿੱਦਾਂ ਇੱਕ ਧਾਰਮਿਕ ਭਾਵਨਾ ਹੁੰਦੀ ਹੈ ਨਾ ਕਿਸੇ ਦੀ ਕਿ ਸਾਡੇ ਧਰਮ ਦਾ ਝੰਡਾ, ਇੱਕ ਰਾਸ਼ਟਰਵਾਦੀ ਭਾਵਨਾ ਵੀ ਹੁੰਦੀ ਹੈ। ਜੇ ਤੁਸੀਂ ਮੇਰੀ ਇੱਕ ਆਪਣੀ ਸੋਚ ਹੈ, ਮੈਨੂੰ ਇਸ ਸਮਾਜ ਦੇ ਨਾਲ ਕੋਈ ਲਗਾਵ ਨਹੀਂ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਮੇਰੀ ਸੋਚ ਹੈ, ਮੇਰੀ ਧਰਮ ਦੇ ਨਾਲ ਲਗਾਵ ਨਹੀਂ ਹੈ, ਚਲੋ ਮੈਂ ਇਸ ਤਰ੍ਹਾਂ ਦਾ ਇਨਸਾਨ ਨਹੀਂ ਹਾਂ, ਪਰ ਜੇ ਕਿ ਮੇਰੀ ਸੋਚ ਹੋਵੇ, ਤੁਹਾਡੀ ਸੋਚ ਹੋਵੇ ਕਿ ਨਹੀਂ ਇਨਸਾਨ ਨੂੰ ਦੇਸ਼ ਦੇ ਬਾਰੇ ਸੋਚਣਾ ਚਾਹੀਦਾ। ਕਿਉਂਕਿ ਅਕਸਰ ਜਿਹੜੇ ਰਾਸ਼ਟਰਵਾਦੀ ਕਿਸਮ ਦੇ ਲੋਕ ਨੇ ਨਾ, ਉਹਨਾਂ ਦੀ ਦਲੀਲ ਇਹੋ ਹੀ ਹੁੰਦੀ ਹੈ ਕਿ ਤੁਸੀਂ ਵਿਦੇਸ਼ਾਂ ਦੀਆਂ ਸਿਫਤਾਂ ਕਰੀ ਜਾ ਰਹੇ ਹੋ ਜੀ, ਤੁਸੀਂ ਆਪਣੇ ਦੇਸ਼ ਨੂੰ ਬੁਰਾ ਕਹਿ ਰਹੇ ਹੋ। ਕੋਈ ਆਪਣੇ ਮਾਂ ਪਿਓ ਨੂੰ ਵੀ ਬੁਰਾ ਕਹਿੰਦਾ, ਭਾਵੇਂ ਗੰਦਾ ਹੀ ਹੋਵੇ, ਭਾਵੇਂ ਮਾਂ ਪਿਓ ਤੇ ਮਾਂ ਪਿਓ ਹੁੰਦਾ, ਧਰਤੀ ਸਾਡੀ ਮਾਂ ਹੈ, ਭਾਵੇਂ ਤੁਸੀਂ ਮਾਂ ਨੇ ਕੱਪੜੇ ਪਾਟੇ ਪਾਏ, ਉਹਨਾਂ ਨੂੰ ਕੋਈ ਮੁੱਕਰ ਥੋੜ੍ਹੀ ਜਾਂਦਾ। ਉਹਨਾਂ ਦੀਆਂ ਆਪਣੀਆਂ ਦਲੀਲਾਂ ਨੇ ਕਿ ਅਸੀਂ ਜੇ ਦੇਸ਼ ਨੂੰ ਪਿਆਰ ਕਰਦੇ, ਭਾਵੇਂ ਗਲੀਆਂ ਟੁੱਟੀਆਂ ਨੇ, ਭਾਵੇਂ ਇੱਥੇ ਪਾਣੀ ਖੜਾ ਹੈ, ਤੇ ਸਾਡਾ ਦੇਸ਼ ਨਾ, ਸਾਡੇ ਮਾਂ ਪਿਓ ਇੱਥੇ ਰਹੇ ਨੇ, ਸਾਡਾ ਇੱਥੇ ਖੂਨ ਪਸੀਨਾ ਡੁੱਲਿਆ, ਅਸੀਂ ਇਹਦੇ ਵਿਰੁੱਧ ਕਿੱਦਾਂ? ਉਹਨਾਂ ਦੀਆਂ ਆਪਣੀਆਂ ਦਲੀਲਾਂ ਨੇ। ਤੁਸੀਂ ਦਲੀਲ ਦੇ ਨਾਲ ਸਾਰੀ ਉਮਰ ਕਿਸੇ ਨੂੰ ਜਿੱਤ ਨਹੀਂ ਸਕਦੇ। ਜੇ ਅਗਲੇ ਦੇ ਵਿੱਚ ਕੁਝ ਬਦਲਣ ਦੀ ਚਾਹ ਨਹੀਂ ਹੈਗੀ, ਤੇ ਮੈਂ ਜੇ ਚਾਹਾਂ ਇਹੋ ਹੀ ਕਿ ਮੇਰਾ ਮਨੋਰਥ ਹੋਵੇ ਕਿ ਮੈਂ ਤੁਹਾਨੂੰ ਮਨਾਉਣਾ, ਤੇ ਉਹ ਕਦੀ ਵੀ ਪੂਰਾ ਨਹੀਂ ਹੋਣ ਵਾਲਾ। ਚਾਹੀਦਾ ਇਹ ਹੈ ਕਿ ਸਾਨੂੰ ਇੱਕ ਦੂਜੇ ਦੇ ਵਿਚਾਰਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਜਿਹੜੇ ਮਸਲੇ 'ਤੇ ਅਸੀਂ ਸਹਿਮਤ ਹੋ ਸਕਦੇ ਹਾਂ, ਉਹਨਾਂ ਦੇ ਉੱਤੇ ਸਾਨੂੰ ਨਾਲ ਚੱਲਣਾ ਚਾਹੀਦਾ। ਜਿਹੜੇ 'ਤੇ ਨਹੀਂ ਸਹਿਮਤ ਹੋ ਸਕਦੇ, ਉਹਨੂੰ ਆਹਤ ਨਾ ਕੀਤਾ ਜਾਵੇ, ਉਹਨੂੰ ਇੰਨਾ ਨਾ ਕਿਹਾ ਜਾਵੇ ਕਿ ਬਈ ਤੈਨੂੰ ਤਾਂ ਅਕਲ ਹੀ ਕੋਈ ਨਹੀਂ, ਹੈ ਨਾ। ਚਲੋ ਉਸ ਮਸਲੇ 'ਤੇ ਨਹੀਂ ਹੈਗੀ ਗੱਲਬਾਤ, ਪਰ ਉਹਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰੋ, ਪਿਆਰ ਮੁਹੱਬਤ ਨਾਲ, ਲਿਟਰੇਚਰ ਦੇ ਨਾਲ ਗੱਲ ਕਰੋ। ਤੁਸੀਂ ਜੇ ਆਪਣੀ ਵਿਚਾਰ ਉਹਦੇ ਅੱਗੇ ਰੱਖ ਸਕਦੇ, ਦਲੀਲ ਦੇ ਨਾਲ ਵਿਚਾਰ ਰੱਖੋ, ਪਰ ਕਦੀ ਵੀ ਇੰਨੀ ਦਲੀਲ, ਇੰਨੀ ਤਿੱਖੀ ਨਾ ਕਰੋ ਕਿ ਅਗਲਾ ਬੰਦਾ ਸੋਚੇ ਕਿ ਇਹ ਪੈਸੇ ਲੈ ਕੇ ਬੋਲ ਰਿਹਾ, ਇਹ ਜਾਂ ਕਿਸੇ ਨੇ ਇਹਨੂੰ ਭੇਜਿਆ ਮੇਰੇ ਲਈ ਆਹ ਕਰਨ ਲਈ। ਬਾਕੀ ਝੰਡੇ ਦਾ ਅਪਮਾਨ ਨਹੀਂ, ਮੈਨੂੰ ਲੱਗਦਾ ਝੰਡੇ ਦਾ ਅਪਮਾਨ ਦੀ ਲੋੜ ਨਹੀਂ, ਕੁਰਸੀ ਤੇ ਬੈਠਾ ਬੰਦਾ ਨਹੀਂ, ਬਿਲਕੁਲ ਬੰਦਾ ਜਿਹੜਾ ਉਹ ਬਦਲਣ ਦੀ ਲੋੜ ਹੈ। ਸੌਰੀ, ਕਿਉਂਕਿ ਝੰਡਾ ਤੇ ਜਿਹੜਾ ਹੈਗਾ ਉਹ ਕੋਈ ਵੀ ਲੱਗਾ ਹੋਵੇ, ਜੇ ਬੰਦਾ ਨਹੀਂ ਬਦਲਿਆ, ਕੋਈ ਝੰਡਾ ਲਾ ਦਿਓ, ਉਹਨੂੰ ਉਸੇ ਨੂੰ ਬਦਨਾਮ ਕਰ ਦੇਗਾ, ਹੈ ਨਾ। ਉਹਨੇ ਬਦਨਾਮ ਕਰ ਦੇਣਾ ਕਿ ਜੇ ਕਈ ਪਾਰਟੀ ਦੇ ਲੋਕ ਨੇ ਜਿਹੜੇ ਪਾਰਟੀ ਬਦਲਦੇ ਨੇ, ਆਮ ਅਕਸਰ ਹੁੰਦਾ ਕਿ ਇਹ ਪਾਰਟੀ 'ਚ ਇਹਨੇ 20 ਸਾਲ ਕਾਂਗਰਸ 'ਚ ਰਿਹਾ, ਮੁੜ ਕੇ ਇਹਨੂੰ ਪੈਸੇ ਮਿਲੇ ਤੇ ਇਹ BJP 'ਚ ਚਲਾ ਗਿਆ, ਮੁੜ ਕੇ ਇਹਨੂੰ ਪੈਸੇ ਮਿਲੇ ਆਮ ਆਦਮੀ 'ਚ ਚਲਾ ਗਿਆ। ਸੋ ਐਸੇ ਬੰਦੇ ਜਿਹੜੇ ਆ, ਉਹਨਾਂ ਬੰਦਿਆਂ ਨੂੰ ਬਦਲਣ ਦੀ ਲੋੜ ਆ, ਨਾ ਕਿ ਪਾਰਟੀ ਨੂੰ ਬਦਲਣ ਦੀ ਲੋੜ ਆ। ਵੀ ਤੁਸੀਂ ਆਖੋਗੇ ਪਾਰਟੀ ਨੂੰ ਤੁਹਾਡਾ ਚਾਹੀਦਾ ਕਿ ਪਾਰਟੀ ਦਾ ਆਪਣਾ ਢਾਂਚਾ ਇਹੋ ਜਿਹਾ ਬਣਾਓ ਕਿ ਇਹੋ ਜਿਹੇ ਬੰਦਿਆਂ ਨੂੰ ਨਾਲ ਨਾ ਲਿਆਓ। ਜੇ ਕਿਸੇ ਨੇ ਲੋਕਤੰਤਰ ਰਾਹੀਂ ਹੀ ਕਿਸੇ ਆਜ਼ਾਦੀ ਦਾ ਕੋਈ ਸੰਕਲਪ ਕਿਸੇ ਦੇ ਮਨ 'ਚ ਹੈਗਾ ਆ, ਤਾਂ ਉਹਨੂੰ ਇਹ ਚਾਹੀਦਾ ਹੈ ਕਿ ਇਮਾਨਦਾਰ ਲੋਕ ਜਿਹੜੇ ਨੇ, ਜਿਹੜੇ ਕਿਸੇ ਨਾਲ ਕਿਸੇ ਤਰ੍ਹਾਂ ਦੇ ਪੱਖਪਾਤ ਨਹੀਂ ਕਰਦੇ, ਉਹਨਾਂ ਨੂੰ ਪਾਰਟੀ 'ਚ ਲਿਆਓ। ਜਿਹੜਾ ਦਲ ਬਦਲੂ, ਜਿਹੜਾ ਅੱਜ ਉਹਨਾਂ ਨੂੰ ਛੱਡ ਕੇ ਆ ਗਿਆ, ਕੱਲ੍ਹ ਤੁਹਾਨੂੰ ਵੀ ਛੱਡ, ਜੇ ਉਹਦੇ ਕੋਲ ਕੋਈ ਵੈਲਿਡ ਰੀਜ਼ਨ ਹੋਵੇ, ਜੇ ਉਹਦੇ 'ਤੇ ਤੁਸੀਂ ਇੱਕ ਗੱਲ ਸੰਵਿਧਾਨ ਦੀ ਕਮਜ਼ੋਰੀ ਦੀ, ਚਲੋ ਆਪਾਂ ਗੱਲ ਕਰਦੇ ਪਏ ਸੀ ਆਜ਼ਾਦੀ ਦੇ ਸੰਦਰਭ 'ਚ, ਇੱਕ ਹੋਰ ਆ ਗਈ ਕਿ ਜਿਹੜਾ ਆਮ ਬੰਦਾ ਆ ਉਹਦੇ 'ਤੇ ਕੋਈ ਭਾਵੇਂ ਪਰਚਾ ਹੋਇਆ ਹੋਵੇ, ਉਹ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਅਤੇ ਜਿਹੜਾ ਲੀਡਰ ਆ, ਉਹ ਤੁਸੀਂ ਭਾਵੇਂ ਜੇਲ੍ਹ 'ਚ ਬੈਠੇ ਹੋ, ਜੇਲ੍ਹ 'ਚੋਂ ਬੈਠਿਆਂ ਨੇ ਚੋਣਾਂ ਲੜਦੇ ਨੇ ਅਤੇ ਜਿੱਤ ਜਾਂਦੇ ਨੇ।
ਜੇਲ੍ਹ 'ਚ ਬਹਿ ਕੇ ਵੀ ਤੁਸੀਂ ਚੋਣ ਲੜ ਸਕਦੇ ਜੇ। ਤੁਹਾਡੇ ਤੇ ਰੇਪ ਦੇ ਕੇਸ ਨੇ, ਮਤਲਬ ਕਤਲਾਂ ਦੇ ਕੇਸ ਨੇ, ਤੁਸੀਂ ਚੋਣ ਲੜ ਸਕਦੇ ਜੇ। ਤੇ ਮਤਲਬ ਜੇ ਆਮ ਜਿਹਨੂੰ ਉਹ ਹੁਕਮ ਦੇਗਾ, ਉਹ ਬੰਦਾ ਆਪ ਉਹ ਬਲਾਤਕਾਰੀ ਹੈ, ਆਪ ਉਹ ਕਾਤਲ ਹੈ, ਜਿਹਨੂੰ ਹੁਕਮ ਦੇਗਾ ਕਹਿੰਦਾ ਇਹ ਬੰਦਾ ਧਿਆਨ ਨਾਲ ਰੱਖਿਓ, ਇਹਨੇ ਕੋਈ ਕਤਲ ਨਾ ਕੀਤਾ ਹੋਵੇ, ਇਹਨੇ ਕੋਈ ਚੋਰੀ ਨਾ ਕੀਤੀ ਹੋਵੇ, ਵੀ ਤੂੰ ਆਪ ਕੀਤੀ ਹੈ। ਮਤਲਬ ਆਪ ਜਿਹੜੇ ਤੁਸੀਂ ਆਰਡਰ ਦੇ ਰਹੇ ਜੋ, ਤੁਸੀਂ ਉਹ ਪਾਸ ਕਰ ਰਹੇ ਜੇ। ਜਾਂ ਤੇ ਤੁਸੀਂ ਇਹ ਵੀ ਸੰਵਿਧਾਨ ਦੇ ਵਿੱਚ ਬੜੀ ਵੱਡੀ ਲੋੜ ਆ ਕਿ ਇਹ ਫੇਰਬਦਲ ਕੀਤਾ ਜਾਵੇ, ਪਰ ਇਹ ਮੰਗ ਕਿਸੇ ਪਾਰਟੀ ਨੇ ਨਹੀਂ ਰੱਖਣੀ। ਜਿਹੜੀ ਮਰਜ਼ੀ ਪਾਰਟੀ ਆ ਜਾਏ, ਭਾਜਪਾ ਆ ਜਾਏ, ਅਕਾਲੀ ਦਲ ਆ ਜਾਏ, ਕੋਈ ਆ ਜਾਏ, ਕਿਸੇ ਨੇ ਨਹੀਂ ਰੱਖਣੀ। ਜੇ ਇਹ ਆਜ਼ਾਦੀ ਤੁਸੀਂ ਸਮਝਦੇ ਕਿ ਹਾਂ ਅਸੀਂ ਆਜ਼ਾਦ ਹੋ ਕੇ ਆਹ ਚੀਜ਼ਾਂ ਖੱਟੀਆਂ ਨੇ, ਇਹ ਹੁਣ ਬਹੁਤੇ ਜਿਹੜੇ ਸੁਣਨ ਵਾਲੇ ਨੇ ਉਹ ਸਮਝ ਲੈਣਗੇ ਕਿ ਆਜ਼ਾਦੀ ਜਿਹੜੀ ਸਾਡੇ ਫਾਇਦਾ ਹੋਇਆ ਉਹਦੀ ਕੋਈ ਗੱਲ ਬਹੁਤ ਇਹਨਾਂ ਨੂੰ ਲੱਗਦਾ ਕਿ ਨੈਗੇਟਿਵ ਬੰਦੇ ਨੇ, ਇਹ ਸੋਚਦੇ ਨੇ ਕਿ ਬੜਾ ਨੁਕਸਾਨ ਹੋ ਗਿਆ ਸਾਡਾ, ਇਹੋ ਹੀ ਜਿਹੜਾ ਪ੍ਰਭਾਵ ਜਾਂਦਾ। ਪਰ ਮੈਂ ਵਾਰ-ਵਾਰ ਇਹ ਕਹਿ ਰਿਹਾ ਕਿ ਤੁਹਾਨੂੰ ਆਜ਼ਾਦੀ ਨੇ ਮੌਕਾ ਦਿੱਤਾ ਕਿ ਤੁਸੀਂ ਚੋਣਾਂ ਲੜ ਸਕਦੇ ਜੇ, ਤੁਸੀਂ ਸਰਕਾਰ ਨੂੰ ਬਦਲ ਸਕਦੇ ਜੇ, ਐਜੂਕੇਸ਼ਨ ਵਾਲੇ ਲੋਕ ਜਿਹੜੇ ਆ ਉਹ ਅੱਗੇ ਆ ਸਕਦੇ ਆ। ਇਹ ਸਾਨੂੰ ਸੰਵਿਧਾਨ ਨੇ, ਜਿੰਨਾ ਕੁ ਸੰਵਿਧਾਨ ਦੀਆਂ ਜਿਹੜੀਆਂ ਪੋਜ਼ੀਟਿਵ ਚੰਗੀਆਂ ਚੀਜ਼ਾਂ ਨੇ ਉਹਨਾਂ ਨੇ ਸਾਨੂੰ ਹੱਕ ਦਿੱਤੇ ਨੇ। ਅਸੀਂ ਇਸ ਆਜ਼ਾਦੀ ਨੂੰ ਇੱਦਾਂ ਸੈਲੀਬ੍ਰੇਟ ਕਰੀਏ। ਦੇਖੋ ਜੇ ਜਿੱਦਾਂ ਕਹਿੰਦੇ ਨੇ ਕਿ ਜੇ ਤੁਸੀਂ ਪੋਜ਼ੀਟਿਵ ਬਾਰੇ ਚੀਜ਼ ਬਾਰੇ ਸੋਚਣਾ, ਤੁਸੀਂ ਪੋਜ਼ੀਟਿਵ ਬਾਰੇ ਸੋਚੋਗੇ। ਜੇ ਤੁਸੀਂ ਨੈਗੇਟਿਵ ਬਾਰੇ ਸੋਚਣਾ, ਉਹ ਤੁਹਾਡੀ ਸੋਚ ਹੀ ਆ। ਕੋਈ ਵੀ ਚੀਜ਼ ਜਿਹੜੀ ਆ ਉਹਨੂੰ ਸਹੀ ਸਾਬਿਤ ਕਰਦੀ ਆ ਤੁਹਾਡੀ ਸੋਚ। ਕੋਈ ਚੀਜ਼ ਉਹ ਕਹਿੰਦੇ ਨੇ ਗਲਾਸ ਅੱਧਾ ਖਾਲੀ ਆ ਕਿ ਭਰਿਆ ਆ, ਤੁਹਾਡੀ ਸੋਚ ਤੇ ਡਿਪੈਂਡ ਕਰਦਾ। ਅਸੀਂ ਖਾਲੀ ਦੀ ਗੱਲ ਕਰਨੀ ਹੈ ਕਿ ਭਰੇ ਦੀ ਗੱਲ? ਖਾਲੀ ਦੀ ਗੱਲ ਤੇ ਆਪਾਂ ਕਾਫੀ ਕਰ ਲਈ ਆ, ਪਰ ਜਿਹੜਾ ਭਰਿਆ ਉਹਦੀ ਵੀ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੇ ਐਜੂਕੇਸ਼ਨ ਨਾਲ ਜੁੜੇ ਲੋਕ ਨੇ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਉਹ ਅੱਗੇ ਆਉਣ, ਉਹ ਬਦਲ ਪੇਸ਼ ਕਰਨ। ਆਮ ਪਿੰਡਾਂ ਦੇ ਵਿੱਚ ਇਸ ਵੇਲੇ ਦੋ ਪਰਿਵਾਰ ਜਿਨ੍ਹਾਂ ਨੇ ਸਰਪੰਚੀ ਦੇ ਉੱਤੇ ਕਾਬਜ਼ ਨੇ, ਕਿ ਜਾਂ ਉਹਨਾਂ ਦਾ ਬੰਦਾ ਖੜਨਾ ਜਾਂ ਉਹਨਾਂ ਦਾ ਖੜਨਾ, ਉਹਨਾਂ ਨੇ ਹੀ ਆਪੋ 'ਚ ਲੜਨਾ। ਬਾਕੀ ਤੀਜੇ ਬੰਦੇ ਦੀ ਅੱਜ ਤੱਕ ਪਿੰਡ ਦੇ ਵਿੱਚ ਜ਼ਰੂਰਤ ਨਹੀਂ, ਕਿਸੇ ਪਿੰਡ ਦੇ ਵਿੱਚ ਕਿ ਕੋਈ ਸਰਪੰਚ ਖੜ ਜਾਵੇ। ਜੇ ਕੋਈ ਖੜਦਾ ਬਹੁਤ ਕਿਤੇ ਕੋਈ ਬਿਰਲਾ, ਜਾਂ ਕਿਤੇ ਰਿਜ਼ਰਵ ਹੋ ਜਾਵੇ ਸੀਟ ਕਿ ਹਾਂ SC ਰਿਜ਼ਰਵ ਹੋ ਗਈ ਆ। ਇਹ ਆਰਕਸ਼ਣ ਦੇ ਉੱਤੇ ਵੀ ਕਈ ਬੰਦੇ ਕੁਐਸਚਨ ਕਰਦੇ ਕਿ ਨਹੀਂ ਹੋਣਾ ਚਾਹੀਦਾ, ਤੇ ਉਹ ਰਿਜ਼ਰਵ ਹੁੰਦੀ ਹੈ ਤੇ ਤਾਂ ਹੀ ਤੀਜੇ ਬੰਦੇ ਨੂੰ ਮੌਕਾ ਮਿਲਦਾ। ਚਲੋ ਇਸ ਵਿਸ਼ੇ ਤੇ ਆਪਾਂ ਫਿਰ ਕਿਸੇ ਵੇਲੇ ਚਰਚਾ ਕਰਾਂਗੇ, ਇਹ ਵੀ ਬੜਾ ਸੰਜੀਦਾ ਵਿਸ਼ਾ। ਗੁਸਤਾਨ ਜੀ, ਸਾਡੇ ਦਰਸ਼ਕਾਂ ਨੂੰ ਸਭ ਤੋਂ ਅੱਜ ਸਾਡਾ ਵਿਸ਼ਾ ਸੀ ਆਜ਼ਾਦੀ ਦਾ। ਆਜ਼ਾਦੀ ਦਿਵਸ ਤੇ ਅਸੀਂ ਬੈਠੇ ਹਾਂ, ਜਿਵੇਂ ਬਿਲਕੁਲ ਇਹਦੇ 'ਚ ਜਿੰਨੀ ਖੁਸ਼ੀ ਹੈ ਉਹ ਇਹ ਹੈ ਕਿ ਸਾਨੂੰ ਜਿਵੇਂ ਗੁਸਤਾਨ ਸਿੰਘ ਨੇ ਦੱਸਿਆ ਕਿ ਸਾਨੂੰ ਮੌਕੇ ਮਿਲੇ ਨੇ, ਪਰ ਜ਼ਿਆਦਾਤਰ ਅਸੀਂ ਪਹਿਲੇ ਨਾਲੋਂ ਜ਼ਿਆਦਾ ਗੁਲਾਮ ਹੋ ਚੁੱਕੇ ਹਾਂ। ਹੁਣ ਸਾਨੂੰ ਆਪਣੇ ਨੇ ਗੁਲਾਮ ਕੀਤਾ ਹੈ, ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ। ਤੇ ਸਾਡਾ ਇਹ ਸ਼ੋਅ ਜਿਸ ਦਾ ਨਾਮ ਦੂਸਰਾ ਪੱਖ ਹੈ, ਸਾਨੂੰ ਉਮੀਦ ਹੈ ਕਿ ਅਸੀਂ ਦੂਸਰਾ ਪੱਖ ਤੁਹਾਨੂੰ ਦੱਸਣ ਦੇ ਵਿੱਚ ਤੁਹਾਨੂੰ ਸਫਲ ਹੋਏ ਹਾਂ। ਗੁਸਤਾਨ ਜੀ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੀਆਂ ਗੱਲਾਂ 'ਚੋਂ ਵੀ ਬਹੁਤ ਕੁਛ ਮਿਲਿਆ ਹੋਵੇਗਾ। ਅਗਲੀ ਵਾਰੀ ਅਗਲੇ ਕਿਸੇ ਚੰਗੇ ਮਸਲੇ ਦੇ ਵਿੱਚ, ਸ਼ਾਂਤ ਮਸਲੇ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਭ ਤੋਂ ਬਹੁਤ ਜ਼ਿਆਦਾ ਧੰਨਵਾਦ ਜੀ, ਸ਼ੁਕਰੀਆ।